ਇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਛੰਦ ਤੁਝ ਸਾਹਮਣੇ ਕਰ ਸਤੁਤ ਫੁਲਾਇਓ। ਗਰਭ ਧਰਤ ਜਾਂ ਤੇ ਮਨ ਚਾਹੇ। ਤਉ ਸਮੇਤ ਹੀ ਪਕਰ ਮੰਗਾਵੋ। ਤਬ ਤੁਮਰੀ ਅਜਮਤ ਲਖ ਜਾਹੇ। ਤੁਝ ਸਾਹਮਣੇ ਕਰ ਸਤੁਤ ਫੁਲਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਜੀ ਦੇ ਮਾਲਕ ਦਸਾਂ ਹੀ ਪਾਤਸ਼ਾਹੀਆਂ ਕੀ ਆਤਮਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਸ਼ਹੀਦਾਂ ਦੇ ਸਰਤਾਜ ਪ੍ਰਤੱਖ ਹਰ ਸਤਿਗੁਰੂ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 'ਤੇ ਬਖਸ਼ਿਸ਼ਾਂ ਵਰਤਾ ਰਹੇ ਹਨ। ਸਤਿਗੁਰੂ ਜੀ ਦੇ ਬਾਲ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਾਲ ਅਵਸਥਾ ਵਿੱਚ ਬਾਲ ਚੋਜ ਕਰਦੇ ਨੇ, ਜਿਨ੍ਹਾਂ ਨੂੰ ਦੇਖ ਕੇ ਸਿੱਖ ਸੰਗਤਾਂ ਬਹੁਤ ਪ੍ਰਸੰਨ ਹੁੰਦੀਆਂ ਨੇ। ਦੂਜੀ ਤਰਫ ਬਾਬਾ ਪ੍ਰਿਥੀ ਚੰਦ ਜਿਨੇ ਬਹੁਤ ਜ਼ੋਰ ਲਾਇਆ ਕਿਸੇ ਨਾ ਕਿਸੇ ਤਰੀਕੇ ਮੈਂ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਖਤਮ ਕਰ ਦੇਵਾਂ ਅਤੇ ਗੁਰਤਾ ਸਾਡੇ ਘਰ ਆ ਜਾਵੇ। ਹੋਰ ਵੀ ਕਾਰਨ ਸੀ ਕਿ ਇੱਕ ਪਾਸੇ ਜਹਾਂਗੀਰ ਜਦੋਂ ਉਸਨੇ ਗੱਦੀ ਸੰਭਾਲੀ ਸੀ ਅਤੇ ਜਿਹੜਾ ਅਹਿਮਦ ਸ਼ਾਹ ਸਰਹੰਦੀ ਸੀ ਉਹਦੇ ਨਾਲ ਉਸਨੇ ਬਚਨ ਕੀਤਾ ਸੀ ਕਿ ਮੈਨੂੰ ਤੂੰ ਗੱਦੀ ਦਵਾ ਅਤੇ ਮੈਂ ਤੈਨੂੰ ਹਰ ਤਰਫ ਇਸਲਾਮ ਦਾ ਜਿਹੜਾ ਹੈ ਉਹ ਝੰਡਾ ਲਹਿਰਾ ਕੇ ਦੱਸਾਂਗਾ। ਅਤੇ ਉਹਨੇ ਕਿਹਾ ਸੀ ਕਿ ਇਸਲਾਮ ਦੇ ਵਿੱਚ ਸਭ ਤੋਂ ਵੱਡੀ ਜੇ ਰੁਕਾਵਟ ਆ ਰਹੀ ਅਤੇ ਉਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਜਿਹੜੀ ਗੱਦੀ ਹੈ ਇਹ ਰੁਕਾਵਟ ਦੇ ਰਹੀ ਹੈ। ਪਰ ਅਸਲ ਵਿੱਚ ਸਿਧਾਂਤ ਤੋਂ ਬੇਸਮਝ ਸਨ ਕਿ ਗੁਰੂ ਘਰ ਦਾ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਤੇ ਸਾਰਿਆਂ ਲਈ ਸਾਂਝਾ ਹੈ। ਸਾਰੀ ਮਨੁੱਖਤਾ ਨੂੰ ਇੱਕ ਜਿਹਾ ਉਪਦੇਸ਼ ਦਿੰਦਾ ਏ। ਅਵਲ ਅੱਲ੍ਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇੱਕੋ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਨੇ ਸਾਰਿਆਂ ਨੂੰ ਦ੍ਰਿੜ ਕਰਵਾਇਆ ਕਿ ਮਨੁੱਖਾ ਜਨਮ ਪਾ ਕੇ ਇੱਕ ਅਕਾਲ ਪੁਰਖ ਦੀ ਪਰਮਾਤਮਾ ਦੀ ਭਗਤੀ ਕਰਕੇ ਇਹ ਜੀਵਨ ਸਫਲਾ ਕਰੋ। ਪਰ ਫਿਰ ਵੀ ਕੁਝ ਈਰਖਾਲੂ ਐਸੇ ਲੋਕ ਸਨ ਜਿਨ੍ਹਾਂ ਨੂੰ ਨਹੀਂ ਸੀ ਭਾਉਂਦਾ ਸੱਚ ਦਾ ਪ੍ਰਚਾਰ। ਗੁਰੂ ਨਾਨਕ ਸਾਹਿਬ ਦੇ ਘਰੋਂ ਨਿਕਲੀ ਸੱਚ ਦੀ ਆਵਾਜ਼ ਇਹ ਵੱਡਾ ਕਾਰਨ ਸੀ ਕਿ ਹਕੂਮਤ ਚਾਹੁੰਦੀ ਸੀ ਕਿਸੇ ਨਾ ਕਿਸੇ ਤਰੀਕੇ ਇਹ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਗੱਦੀ ਹੈ ਇਹਨੂੰ ਆਪਾਂ ਖਤਮ ਕਰ ਸਕੀਏ, ਜਿਹਦਾ ਹਵਾਲਾ ਜਹਾਂਗੀਰ ਨੇ ਤੁਝ ਕੇ ਜਹਾਂਗੀਰੀ ਵਿੱਚ ਵੀ ਦਿੱਤਾ ਹੈ। ਜਿਹੜਾ ਜੇਕਰ ਆਪਾਂ ਪਿੱਛੇ ਸਰਵਣ ਕੀਤਾ ਹੈ, ਬਾਬੇ ਮਹਾਦੇਵ ਨੇ ਪ੍ਰਿਥੀ ਚੰਦ ਨੂੰ ਸਮਝਾਇਆ, ਨਾ ਸਮਝਿਆ ਅਤੇ ਇਹ ਗੱਲ ਪ੍ਰਿਥੀ ਚੰਦ ਨੇ ਆਪਣੇ ਮੂੰਹ ਮੰਨੀ ਹੈ ਕਿ ਸੋਲੀ ਖਾਂ ਮੇਰਾ ਮਿੱਤਰ ਹੈ, ਪਹਿਲਾਂ ਵੀ ਉਹ ਮੇਰੇ ਕੋਲ ਆ ਚੁੱਕਿਆ ਹੈ। ਅਤੇ ਉਸ ਵੇਲੇ ਗੁਰੂ ਅਰਜਨ ਦੇਵ ਸਾਹਿਬ ਵਡਾਲੀ ਚਲੇ ਗਏ ਸਨ ਅਤੇ ਮੈਂ ਉਹਨੂੰ ਵਾਪਸ ਮੋੜ ਦਿੱਤਾ ਸੀ। ਇਹ ਪਹਿਲਾਂ ਵੀ ਸੋਲੀ ਖਾਂ ਬਾਦਸ਼ਾਹ ਦਾ ਭੇਜਿਆ ਇੱਥੇ ਆਇਆ ਸੀ, ਜਿਹਨੇ ਹੋ ਸਕਦਾ ਹੈ ਪ੍ਰਿਥੀ ਚੰਦ ਨੂੰ ਇਸ ਗੱਲ ਦੀ ਹਵਾ ਦਿੱਤੀ ਹੋਵੇ ਕਿ ਵੱਡਾ ਭਰਾ ਤੂੰ ਹੈ ਅਤੇ ਗੁਰਤਾ ਦਾ ਹੱਕ ਤੇਰਾ ਸੀ।
ਕਿਸੇ ਨਾ ਕਿਸੇ ਤਰੀਕੇ ਯਤਨ ਕਰਕੇ ਗੁਰਤਾ ਤੈਨੂੰ ਮਿਲ ਜਾਵੇ। ਇਹ ਸਾਰੀ ਹਕੂਮਤ ਮੇਰੇ ਸਮੇਤ ਤੇਰੇ ਨਾਲ ਹੈ। ਜਿਸ ਕਰਕੇ ਬਾਬੇ ਪ੍ਰਿਥੀ ਚੰਦ ਨੇ ਪਹਿਲਾਂ ਵੀ ਮਨ ਵਿੱਚ ਈਰਖਾ ਤਾਂ ਸੀ, ਪਰ ਸੋਲੀ ਖਾਂ ਦੇ ਉੱਤੇ ਭਰੋਸਾ ਰੱਖ ਕੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਖਤਮ ਕਰਾਉਣ ਦਾ ਯਤਨ ਕਰਾਉਣਾ, ਤੇ ਫਿਰ ਹੰਕਾਰ ਦੇ ਵਿੱਚ ਆ ਕੇ ਬੋਲਣੇ ਕਿ ਮੈਂ ਦਿੱਲੀ ਜਾਵਾਂਗਾ, ਜਹਾਂਗੀਰ ਨੂੰ ਮਿਲਾਂਗਾ, ਕਿਉਂਕਿ ਸੋਲੀ ਖਾਂ ਮੇਰਾ ਮਿੱਤਰ ਹੈ ਤੇ ਉਹ ਮੇਰੀ ਮਦਦ ਕਰੇਗਾ। ਬਾਬੇ ਮਹਾਦੇਵ ਨੇ ਬੜਾ ਸਮਝਾਇਆ, ਤੇ ਮਹਾਦੇਵ ਜੀ ਨੂੰ ਵੀ ਪ੍ਰਿਥੀ ਚੰਦ ਨੇ ਇਹੋ ਕਿਹਾ ਸੀ ਕਿ ਤੂੰ ਮੇਰਾ ਸਾਥ ਦੇ ਤੇ ਤੂੰ ਬੈਠਾ ਬਿਠਾਇਆ ਗੁਰਤਾ ਪ੍ਰਾਪਤ ਕਰੇਗਾ। ਪਰ ਬਾਬਾ ਮਹਾਦੇਵ ਨੇ ਕਿਹਾ ਸੀ ਕਿ ਫੈਸਲਾ ਪਿਤਾ ਗੁਰੂ ਰਾਮਦਾਸ ਜੀ ਨੇ ਕੀਤਾ ਹੈ, ਤੇ ਜਿਹੜਾ ਫੈਸਲਾ ਗੁਰੂ ਰਾਮਦਾਸ ਪਿਤਾ ਜੀ ਨੇ ਕੀਤਾ ਹੈ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਹ ਬਚਨ ਪਿਤਾ ਗੁਰੂ ਦੇ ਮੰਨੀਏ ਤੇ ਅਸੀਂ ਸਪੂਤ ਕਹਾਵਾਂਗੇ। ਤੇ ਜੇ ਮੈਂ ਤੇਰੇ ਪਿੱਛੇ ਲਾ ਕੇ ਪਿਤਾ ਦਾ ਫੈਸਲਾ ਨਾ ਮੰਨਾਂ, ਉਹਨਾਂ ਦਾ ਹੁਕਮ ਨਾ ਮੰਨਿਆ, ਤੇ ਨਾ ਮੰਨਣ ਵਾਲੇ ਮਾਂ ਪਿਓ ਦੀ ਆਗਿਆ ਭੰਗ ਕਰਨ ਵਾਲੇ ਕਪੁੱਤਰ ਹੁੰਦੇ ਨੇ। ਇਹ ਗੱਲ ਸੁਣ ਕੇ ਪ੍ਰਿਥੀ ਚੰਦ ਗੁੱਸੇ 'ਚ ਆਏ, ਪਰ ਬਾਬੇ ਮਹਾਦੇਵ ਨੂੰ ਕਿਹਾ ਸੀ ਕਿ ਮੈਂ ਚੱਲਿਆ ਹੁਣ ਦਿੱਲੀ, ਉੱਥੇ ਜਾ ਕੇ ਤੇਰੇ ਸਮੇਤ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਵਾਵਾਂਗਾ। ਬਾਬਾ ਮਹਾਦੇਵ ਜੀ ਨਿਰਭਉ ਹਨ, ਭਾਉ ਤੋਂ ਰਹਿਤ ਹੋ ਕੇ ਬੋਲੇ ਨੇ ਕਿ ਮੈਂ ਤੇ ਹਾਂ ਗੁਰੂ ਅਰਜਨ ਦੇਵ ਦੇ ਅਨੁਸਾਰੀ। ਕਿਉਂਕਿ ਪਿਤਾ ਨੇ ਗੱਦੀ ਉਹਨਾਂ ਨੂੰ ਦਿੱਤੀ ਹੈ, ਤੇ ਤੂੰ ਹੈ ਕਠੋਰ ਖੋਟੀ ਮੱਤ ਵਾਲਾ ਕਪਟੀ। ਇਸ ਤੋਂ ਪਰੇ ਹੋਰ ਮੈਂ ਤੈਨੂੰ ਕੀ ਕਵਾਂ। ਤੇ ਗੁਰੂ ਅਰਜਨ ਦੇਵ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ 'ਤੇ ਬੈਠੇ ਨੇ, ਉਹਨਾਂ ਦੀ ਬਰਾਬਰੀ ਤੂੰ ਕਦੇ ਵੀ ਕਰ ਨਹੀਂ ਸਕਦਾ। ਤੇ ਫਿਰ ਜਿਹੜਾ ਪਿਤਾ ਦੇ ਸਤਾਨ 'ਤੇ ਬੈਠਿਆ ਹੈ, ਤੂੰ ਉਹਨਾਂ ਦੀ ਨਿੰਦਿਆ ਕਰ ਰਿਹਾ, ਆਪਣੀ ਵਡਿਆਈ ਚਾਹੁੰਦਾ ਹੈ। ਤੂੰ ਤਾਂ ਇਸ ਤਰ੍ਹਾਂ ਕਰ ਰਿਹਾ ਜਿਸ ਤਰ੍ਹਾਂ ਹੰਸ ਨੂੰ ਬਗਲਾ ਦਬਾਉਣਾ ਚਾਹਵੇ, ਗਰੁੜ ਨੂੰ ਮੱਛਰ ਦਬਾਉਣਾ ਚਾਹਵੇ, ਸ਼ੇਰ ਨੂੰ ਗਿੱਦੜ ਜਿਹੜਾ ਇਹ ਧਮਕਾਵੇ, ਤੇ ਕਿੰਨੇ ਹੀ ਟਟੈਣੇ ਇਕੱਠੇ ਹੋ ਕੇ ਸੂਰਜ ਦਾ ਪ੍ਰਕਾਸ਼ ਦਬਾਉਣਾ ਚਾਹੁਣ। ਇਸ ਤਰ੍ਹਾਂ ਦਾ ਤੇਰਾ ਮਨੋਰਥ ਹੈ ਜਿਹੜਾ ਕਦੇ ਸਿੱਧ ਹੋ ਨਹੀਂ ਸਕਦਾ। ਗੁਰੂ ਅਰਜਨ ਦੇਵ ਸਾਹਿਬ ਨੇ ਧੀਰਜ ਧਾਰੀ, ਨਾ ਜਰੇ ਜਾਣ ਨੂੰ ਵੀ ਜਰਨ ਵਾਲੇ ਨੇ, ਉਹਨਾਂ ਦੇ ਅੰਦਰ ਖਿਮਾ ਹੈ, ਪਰ ਤੂੰ ਕਰਾਮਾਤ ਤੋਂ ਖਾਲੀ, ਤੇਰੇ ਅੰਦਰ ਕਾਲਪੁਣਾ ਹੈ, ਰੰਚਕ ਮਾਤਰ ਵੀ ਤੇਰੇ ਅੰਦਰ ਖਿਮਾ ਨਹੀਂ। ਗੁਰੂ ਅਰਜਨ ਦੇਵ ਸਾਹਿਬ ਗੁਣਾ ਕਰਕੇ ਭਾਰੇ ਵੱਡੇ ਨੇ, ਤੂੰ ਹੌਲਾ ਹੈ, ਉਹ ਉਜਲ ਨੇ, ਤੂੰ ਮਲੀਨ ਹੈ। ਉਹ ਸਰਲ ਤੇ ਮ੍ਰਿਦਲ ਕੋਮਲ ਸੁਭਾਅ ਵਾਲੇ ਹਰੀ ਦਾ ਰੂਪ ਨੇ, ਤੂੰ ਕਪਟੀ ਹੈ, ਕਠੋਰ ਹੈ, ਤੇ ਤੇਰਾ ਜਿਹੜਾ ਮਨ ਇਸ ਤਰ੍ਹਾਂ ਦਾ ਹੈ। ਇਹ ਗੱਲ ਸੁਣ ਕੇ ਮਹਾਦੇਵ ਦੀ ਪ੍ਰਿਥੀ ਚੰਦ ਗੁੱਸੇ ਵਿੱਚ ਆਏ, ਅੰਦਰ ਜਿਹੜਾ ਸੀ ਉਹ ਸੜ ਬਲ ਗਿਆ, ਅੱਖਾਂ ਲਾਲ ਕੀਤੀਆਂ, ਬੁੱਲ ਗੁੱਸੇ ਵਿੱਚ ਆ ਕੇ ਫੜ ਕੇ ਭੌਹਾਂ ਜਿਹੜੀਆਂ ਤਾਂ ਚੁੱਕ ਲਈਆਂ, ਤੇ ਪ੍ਰਿਥੀਆ ਸੁਨਤ ਕਠੋਰ ਕਹਿਓ ਨਾ ਬੂਝੈ ਬੈਨ, ਭੋਰਾ ਮੂਰਖ ਕੋ ਕਹੈ ਜਾਂ ਤੇ ਤੁਝ ਮਤ ਹੈ। ਕਹਿਣ ਲੱਗਾ ਮਹਾਦੇਵ, ਭੋਲਾ ਲੋਕ ਉਹਨੂੰ ਕਹਿੰਦੇ ਨੇ ਜਿਹੜਾ ਮੂਰਖ ਹੋਵੇ, ਤੈਨੂੰ ਮਤ ਨਹੀਂ ਹੈ। ਇਹ ਗੱਲਾਂ ਜਿਹੜੀਆਂ ਨੇ ਤੂੰ ਕੀ ਜਾਣਦਾ ਹੈ, ਤੂੰ ਘਰੇ ਬੈਠਾ ਰਹਿਣਾ ਲੁੱਕ ਕੇ, ਸਿਆਣੀਆਂ ਗੱਲਾਂ ਤੈਨੂੰ ਨਹੀਂ ਆਉਂਦੀਆਂ, ਨਾ ਹੀ ਘਰ ਦੇ ਕੰਮਾਂ ਬਾਰੇ ਤੈਨੂੰ ਪਤਾ ਹੈ। ਜਿਹਨੇ ਹੀਰਾ ਦੇਖਿਆ ਹੀ ਨਾ ਹੋਵੇ ਉਹਨੂੰ ਹੀਰੇ ਦੀ ਪਰਖ ਕੀ ਹੈ। ਅਣਜਾਣ ਲੋਕਾਂ ਦੀ ਤੂੰ ਸਦਾ ਸੰਗਤ ਕੀਤੀ ਹੈ, ਇਹ ਭੇਦ ਕਿਸ ਤਰ੍ਹਾਂ ਤੂੰ ਜਾਣ ਸਕਦਾ ਹੈ। ਇੱਥੋਂ ਤੱਕ ਆਪਾਂ ਕਥਾ ਕੱਲ ਸਰਵਣ ਕੀਤੀ ਸੀ। ਆਓ ਗੁਰ ਸੰਗਤ ਜੀ, ਜਿਸ ਤਰ੍ਹਾਂ ਅੱਗੇ ਲੜੀਵਾਰ ਗੁਰ ਇਤਿਹਾਸ ਦੀ ਕਥਾ ਆ ਰਹੀ ਹੈ, ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਇਕਾਗਰ ਕਰਕੇ ਸਤਿਗੁਰੂ ਸਾਹਿਬ ਜੀ ਦੇ ਜੀਵਨ ਕੌਤਕਾਂ ਦੀ ਜੋ ਲੜੀਵਾਰ ਕਥਾ ਹੈ, ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਸਾਰੀ ਹੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ। ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੁਝ ਸਾਹਮਣੇ ਕਰ ਸਤੁੱਤ ਫੁਲਾਇਓ। ਆਗੂ ਗੁੱਸੇ ਵਿੱਚ ਆਇਆ ਬਾਬਾ ਪ੍ਰਿਥੀ ਚੰਦ ਮਹਾਦੇਵ ਨੂੰ ਕਹਿੰਦੇ ਨੇ ਕਿ ਤੇਰੇ ਵਰਗਿਆਂ ਨੇ ਗੁਰੂ ਅਰਜਨ ਦੇਵ ਸਾਹਿਬ ਦੀ ਉਸਤਤ ਕਰ ਕਰਕੇ ਉਹਨਾਂ ਨੂੰ ਚੁੱਕਿਆ ਹੋਇਆ ਹੈ। ਗਰਭ ਧਰਤ ਜਾਂ ਤੇ ਮਨ ਚਾਹੇ, ਅਤੇ ਮਨ ਵਿੱਚ ਸਦਾ ਹੀ ਹੰਕਾਰ ਰੱਖਦੇ ਹਨ। ਆਉ ਸਮੇਤ ਹੀ ਪਕਰ ਮੰਗਾਵੋ। ਹੁਣ ਮੈਂ ਦਿੱਲੀ ਜਾ ਰਿਹਾ, ਤੇਰੇ ਸਮੇਤ ਉਹਨਾਂ ਨੂੰ ਫੜ ਕੇ
ਗ੍ਰਿਫਤਾਰ ਕਰਵਾ ਕੇ ਉੱਥੇ ਮੰਗਾਵਾਂਗਾ। ਤਬ ਤੁਮਰੀ ਅਜਮਤ ਲਖ ਜਾਹੀ। ਉਦੋਂ ਪਤਾ ਲੱਗੇਗਾ ਕਿ ਤੇਰੇ ਵਿੱਚ ਤੇ ਗੁਰੂ ਅਰਜਨ ਦੇਵ ਸਾਹਿਬ ਵਿੱਚ ਕਿਹੜੀ ਕਰਾਮਾਤ ਹੈ। ਲਗ ਦੀਰਘ ਤਬ ਜਾਨ ਭਰੈ ਗੋ। ਉਦੋਂ ਪਤਾ ਲੱਗੇਗਾ ਕਿ ਕੌਣ ਛੋਟਾ ਹੈ ਤੇ ਕੌਣ ਵੱਡਾ ਹੈ। ਜਬ ਹੋਵੋ ਤੁਰਕਨ ਬਸ ਮਾਹੀ। ਜਦੋਂ ਤੁਸੀਂ ਤੁਰਕਾਂ ਦੇ ਵਸ ਪਏ, ਜਦੋਂ ਉਹਨਾਂ ਨੇ ਤੁਹਾਨੂੰ ਫੜ ਕੇ ਖੜਿਆ, ਫਿਰ ਮੇਰੀ ਵਡਿਆਈ ਨੂੰ ਜਾਣੋਗੇ। ਮਨ ਹੈ ਕੌਣ ਕਹਿਓ ਕਬ ਤੀਰੂ। ਆ ਮਹਾਦੇਵ ਜਿਹੜੀਆਂ ਗੱਲਾਂ ਤੂੰ ਮੈਨੂੰ ਕਹਿ ਰਿਹਾ ਹੈ ਨਾ, ਤੇ ਕਹਿ ਕੇ ਬਾਰ-ਬਾਰ ਇਹ ਚੁੱਕਣਾ ਦੇ ਰਿਹਾ ਹੈ, ਤੇ ਤੇਰੀਆਂ ਗੱਲਾਂ ਨੂੰ ਕੋਈ ਮੰਨੇਗਾ ਨਹੀਂ, ਕਿਉਂਕਿ ਤੂੰ ਭੋਲਾ ਹੈ। ਲੋਕ ਉਹਦੀ ਮੰਨਦੇ ਨੇ ਜਿਹਦੇ ਕੋਲ ਤਾਕਤ ਹੋਵੇ, ਜਿਹਦੇ ਪੱਲੇ ਪੈਸੇ ਹੋਣ, ਜਿਹਦੇ ਵੱਲ ਹਕੂਮਤ ਹੋਵੇ। ਹੋ ਸਕਦਾ ਹੈ ਕਿ ਦੁਨਿਆਵੀ ਲੋਕਾਂ ਦਾ ਰੁਝਾਨ ਉਧਰ ਹੁੰਦਾ ਹੋਵੇ, ਪਰ ਇਹ ਰੂਹਾਨੀਅਤ ਦਾ ਮਾਰਗ ਹੈ। ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਰੱਬੀ ਜੋਤ, ਜਿੱਥੇ ਅੰਦਰ ਦਾ ਸਕੂਨ ਮਿਲਦਾ ਹੈ, ਜਿੱਥੇ ਮਨੁੱਖ ਦੀ ਕਲਿਆਣ ਹੁੰਦੀ ਹੈ। ਜਿਹੜੇ ਗੁਰਸਿੱਖ ਭੋਰੇ ਦੀ ਨਿਆਈ ਨੇ, ਉਹ ਕਮਲ ਦੇ ਫੁੱਲ ਦੇ ਉੱਤੇ, ਗੁਰੂ ਰੂਪੀ ਕਮਲ ਦੇ ਉੱਤੇ, ਚਰਨਾਂ ਕਮਲਾਂ ਦੇ ਉੱਤੇ ਜਾ ਕੇ ਨਿਭਦੇ ਨੇ। ਉਹਨਾਂ ਨੂੰ ਫਿਰ ਅੰਦਰ ਦਾ ਸਕੂਨ ਪ੍ਰਾਪਤ ਹੁੰਦਾ ਹੈ। ਪਰ ਬਾਬਾ ਪ੍ਰਿਥੀ ਚੰਦ ਕਹਿੰਦਾ ਹੈ ਕਿ ਮਹਾਦੇਵ ਦੇਖੀ, ਤੇਰੇ ਸਮੇਤ ਗ੍ਰਿਫਤਾਰੀ ਕਰਵਾਵਾਂਗਾ ਤੇ ਤੈਨੂੰ ਫਿਰ ਪਤਾ ਲੱਗੇਗਾ ਮੇਰੀ ਤਾਕਤ ਦਾ। ਜਬ ਹੋਵੋ ਤੁਰਕਨ ਬਸ ਮਾਹੀ। ਜਦੋਂ ਤੁਸੀਂ ਤੁਰਕਾਂ ਦੇ ਵਸ ਪਾਓਗੇ, ਮਨ ਹੈ ਕੌਣ ਕਹਿਓ ਤਾ ਕਬ ਤੀਰੂ। ਫਿਰ ਤੇਰਾ ਕਿਹਾ ਹੋਇਆ ਕੌਣ ਮੰਨੇਗਾ। ਜਿਸ ਮੈਂ ਰੰਚਕ ਭੀ ਮਤ ਨਾਹੀ। ਜਿਹਦੇ ਵਿੱਚ ਥੋੜੀ ਜਿਹੀ ਮਤ ਨਹੀਂ ਹੈ, ਮੈਂ ਸਮਝਾ ਰਿਹਾ, ਪਰ ਮੇਰੀ ਕਹੀ ਹੋਈ ਗੱਲ ਤੇਰੇ ਸਮਝ ਵਿੱਚ ਨਹੀਂ ਪੈ ਰਹੀ। ਉਠਿਆ ਵਜਾਹੋ ਨਿਕਟ ਨਹਿ ਬੈਠੋ। ਉੱਠ ਮਹਾਦੇਵ ਤੇ ਉੱਠ ਕੇ ਮੇਰੇ ਲਾਗੋਂ ਚਲਾ ਜਾ। ਸਠ ਕੀ ਬਾਤ ਸੁਨੋ ਨਹਿ ਕਾਣ। ਮੈਂ ਮੂਰਖਾਂ ਦੀ ਗੱਲਾਂ ਆਪਣੇ ਕੰਨਾਂ ਨਾਲ ਨਹੀਂ ਸੁਣਦਾ। ਜਸ ਦਰੋਹੀ ਅਰਜਨ ਹੈ ਮੇਰੋ। ਜਿਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਮੇਰੇ ਦਰੋਹੀ ਨੇ, ਮੇਰੇ ਦੁਸ਼ਮਣ ਨੇ, ਮੇਰੇ ਦੋਖੀ ਹਨ। ਤਸ ਤੂੰ ਹੈ ਅਬਲੀਨ ਪਛਾਣ। ਮੈਂ ਹੁਣ ਤੈਨੂੰ ਪਛਾਣ ਲਿਆ ਕਿ ਤੂੰ ਵੀ ਮੇਰਾ ਦੁਸ਼ਮਣ ਹੀ ਹੈ, ਪਰ ਅਕਾਰਨ ਵੈਰ ਗੁਰੂ ਨਾਲ ਕਰ ਰਿਹਾ ਹੈ, ਕਿਉਂਕਿ ਗੁਰੂ ਸਾਹਿਬ ਤੇ ਸਦਾ ਹੀ ਨਿਰਵੈਰ ਹਨ। ਨਿਰਵੈਰਾਂ ਨਾਲ ਵੈਰ ਰਚਾਉਣ ਦਾ ਐਸਾ ਸੁਭਾਅ ਹੈ। ਤੇ ਜਿਹਨੇ ਗੁਰੂ ਦੀ ਗੱਲ ਕੀਤੀ, ਉਹਨੂੰ ਵੀ ਫਿਰ ਹਕੂਮਤ ਨੇ ਕਿਹਾ ਕਿ ਤੁਸੀਂ ਵੀ ਦੋਖੀ ਹੋ। ਜਿਹੜਾ ਸੱਚ ਦਾ ਸਾਥ ਦੇਵੇ, ਸੱਚ ਦਾ ਸਾਥ ਦੇਣ ਵਾਲਾ ਸੱਚਾ ਵੀ ਜਿਹੜਾ ਹੈ, ਉਹ ਵੀ ਜਿਹੜਾ ਇਹ ਦੋਖੀ ਮੰਨਿਆ ਗਿਆ। ਬਾਬੇ ਪ੍ਰਿਥੀ ਚੰਦ ਮਹਾਦੇਵ ਨੂੰ ਕਹਿਣ ਲੱਗੇ ਕਿ ਗੁਰੂ ਅਰਜਨ ਦੇਵ ਸਾਹਿਬ ਨੇ ਮੇਰੇ ਦੁਸ਼ਮਣ, ਤੇ ਤੂੰ ਵੀ ਉਹਨਾਂ ਵਾਂਗ ਮੇਰਾ ਦੋਖੀ ਹੈ। ਮੈਂ ਹਿਤ ਕਰੋ ਅਜਾਨ ਨ ਜਾਣੈ। ਮੈਂ ਤੇਰਾ ਭਲਾ ਚਾਹ ਰਿਹਾ ਹਾਂ, ਪਰ ਤੂੰ ਅਣਜਾਣ ਹੈ, ਤੂੰ ਮੂਰਖ ਹੈ, ਮੇਰੀ ਗੱਲ ਤੈਨੂੰ ਸਮਝ ਵਿੱਚ ਨਹੀਂ ਪੈਂਦੀ। ਜਿਵੇਂ ਪਸ ਕੈ ਪਟ ਭੂਖਨ ਠਾਣ। ਜਿਸ ਤਰ੍ਹਾਂ ਪਸ਼ੂ ਨੂੰ ਗਹਿਣੇ ਸੋਹਣੇ ਕੱਪੜੇ ਪਵਾ ਦਈਏ, ਉਲਟੋ ਸ੍ਰਿੰਗਣਾ ਚਾਹਤ ਸੁਭਾਵਨ। ਪਰ ਜਿਹੜਾ ਪਸ਼ੂ ਹੈ ਉਹਦਾ ਸੁਭਾਅ ਹੁੰਦਾ ਹੈ ਕਿ ਉਲਟਾ ਸਿੰਘ ਹੀ ਮਾਰਦਾ ਹੈ। ਜਿਸ ਤਰ੍ਹਾਂ ਪਸ਼ੂ ਦੀ ਬਿਰਤੀ ਹੁੰਦੀ ਹੈ ਨਾ, ਕਿ ਪਸ਼ੂ ਨੂੰ ਸੋਹਣੇ ਕੱਪੜੇ ਪਵਾ ਦਿਓ, ਸੋਹਣੇ ਗਹਿਣੇ ਪਵਾ ਦਿਓ, ਪਰ ਉਹਦਾ ਸੁਭਾਅ ਹੁੰਦਾ ਸਿੰਘ ਮਾਰਨਾ। ਮੈਂ ਤੁਝੇ ਜਾਣਿਓ ਤਸੈ ਸਮਾਨ। ਮੈਨੂੰ ਵੀ ਤੇਰੀ ਬਿਰਤੀ ਪਸ਼ੂਆਂ ਸਮਾਨ ਲੱਗ ਰਹੀ ਹੈ, ਪਰ ਅਸਲ ਵਿੱਚ ਪਸ਼ੂ ਸਮਾਨ ਬਿਰਤੀ ਉਸ ਦੀ ਹੈ ਜਿਹਦੇ ਬਾਬਤ ਗੁਰਦੇਵ ਕਹਿ ਰਹੇ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ, ਸ਼ਬਸ ਨਾਹੀ ਕਸ਼ ਕਰੈ ਛਪਾਇਆ। ਬਾਹਰ ਧਰਮੀਆਂ ਵਾਲਾ ਲਿਬਾਸ ਪਾ ਕੇ, ਧਰਮ ਦੀ ਗੱਲ ਕਰਨ ਵਾਲਾ, ਬਾਹਰ ਭੇਖ ਅੰਤਰ ਮਲ ਮਾਇਆ, ਮਨ ਜਿਹੜਾ ਉਹ ਮਾਇਆ ਵਿੱਚ ਮਲੀਨ ਕੀਤਾ ਹੋਇਆ, ਉਹਨੂੰ ਗੁਰਦੇਵ ਨੇ ਜ਼ਰੂਰ ਕਿਹਾ ਹੈ ਕਿ ਤੇਰੀ ਬਿਰਤੀ ਪਸ਼ੂਆਂ ਵਾਲੀ, ਜਾਤੀ ਮਨੁੱਖ ਦੀ ਆ ਗਿਆ, ਪਰ ਆਪਣਾ ਸੁਭਾਅ ਜਿਹੜਾ ਉਹ ਪਸ਼ੂਆਂ ਵਾਲਾ ਤੂੰ ਛੱਡਿਆ ਹੀ ਨਹੀਂ, ਕਿਉਂਕਿ ਅੰਦਰ ਤਾਂ ਤੇਰਾ ਮਲੀਨ ਹੋਇਆ ਪਿਆ ਹੈ, ਈਰਖਾ ਨਾਲ, ਪਾਪ ਦੇ ਨਾਲ, ਤ੍ਰਿਸ਼ਨਾ ਦੇ ਨਾਲ। ਇਸ ਤਰ੍ਹਾਂ ਪਰਾਏ ਧਨ ਨੂੰ ਵੇਖ ਕੇ ਉਹਨੂੰ ਹੜੱਪਣ ਦਾ ਯਤਨ ਕਰਨਾ ਕਿ ਮੇਰਾ ਹੋ ਜਾਵੇ। ਬਾਹਰ ਭੇਖ ਅੰਤਰ ਮਲ ਮਾਇਆ, ਉਹਦੇ ਬਾਰੇ ਗੁਰਦੇਵ ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ। ਪਰ ਹੁਣ ਬਾਬਾ ਪ੍ਰਿਥੀ ਚੰਦ ਕਹਿੰਦੇ ਮਹਾਦੇਵ ਤੇਰੀ ਬਿਰਤੀ ਹੈ ਪਸ਼ੂਆਂ ਵਾਲੀ। ਪਸ਼ੂ ਨੂੰ ਪਵਾ ਦਈਏ ਸੋਹਣੇ ਕੱਪੜੇ, ਸੋਹਣੇ ਗਹਿਣੇ, ਪਸ਼ੂ ਸਿੰਘ ਹੀ ਮਾਰਦਾ ਹੈ। ਇਸੇ ਤਰ੍ਹਾਂ ਮੈਂ ਤੇਰੇ ਭਲੇ ਦੀ ਗੱਲ ਕਰ ਰਿਹਾ, ਪਰ ਤੂੰ ਮੂਰਖਾਂ ਵਾਲੀ ਮਾਰ ਰਿਹਾ, ਮੇਰੀ ਗੱਲ ਸਮਝ ਨਹੀਂ ਰਿਹਾ। ਮਹਾਦੇਵ ਨੇ ਭਣਿਓ ਬਾਕ ਤਬ। ਸੁਣ ਕੇ ਪ੍ਰਿਥੀ ਚੰਦ ਦੀ ਗੱਲ ਤੇ ਬਾਬਾ ਮਹਾਦੇਵ ਕਹਿਣ ਲੱਗੇ, ਸ੍ਰੀ ਅਰਜਨ ਪੱਖੀ ਇਮ ਜਾਣ। ਕਹਿਣ ਲੱਗੇ ਪ੍ਰਿਥੀ ਚੰਦ ਨੂੰ, ਭਰਾ ਜੀ ਮੈਂ ਗੁਰੂ ਅਰਜਨ ਦੇਵ ਸਾਹਿਬ ਦਾ ਹਾਂ ਪੱਖੀ।
ਉਹਨਾਂ ਦਾ ਪੱਖੀ ਕਿਉਂ ਆ, ਇਹ ਵੀ ਗੱਲ ਸੁਣ ਲਓ। ਘਰ ਵਿੱਚੋਂ ਤੋਂ ਹੋ ਤੁਸੀਂ ਵੱਡੇ, ਤੇ ਵੱਡੇ ਹੋਣ ਦਾ ਤੁਹਾਡਾ ਅਸੀਂ ਮਾਣ ਅਦਬ ਰੱਖਦੇ ਹਾਂ, ਪਰ ਮੈਂ ਗੁਰੂ ਅਰਜਨ ਦੇਵ ਸਾਹਿਬ ਦਾ ਪੱਖ ਕਿਉਂ ਕਰਦਾ, ਉਹ ਇਹ ਗੱਲ ਵੀ ਤੂੰ ਸੁਣ ਲੈ। ਸ੍ਰੀ ਗੁਰ ਨੇ ਗੁਰਤਾ ਜਬ ਦੀਨਸ, ਪਿਤਾ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਗੁਰਤਾ ਗੱਦੀ ਦਿੱਤੀ ਹੈ। ਸਭ ਸੰਗ ਆਗਿਆ ਕੀਨ ਬਖਾਨ, ਸਾਰੀਆਂ ਸਿੱਖ ਸੰਗਤਾਂ ਦੇ ਤਾਈਂ ਗੁਰੂ ਰਾਮਦਾਸ ਜੀ ਨੇ ਆਗਿਆ ਕੀਤੀ ਹੈ। ਚਰਨ ਪਰਹੋ ਅਨੁਸਾਰ ਰਹੋ ਇਨਾ, ਕੀ ਆਗਿਆ ਕੀਤੀ? ਜਦੋਂ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਨੂੰ ਇਸ਼ਨਾਨ ਕਰਵਾਇਆ, ਸਿਰ ਤੇ ਦਸਤਾਰਬੰਦੀ ਕੀਤੀ, ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿ ਕੇ ਗੁਰਤਾ ਦਾ ਤਖਤ ਤਿਲਕ ਦਵਾਇਆ, ਤੇ ਆਪਣੀ ਜੋਤ ਗੁਰੂ ਅਰਜਨ ਦੇਵ ਸਾਹਿਬ ਅੰਦਰ ਰੱਖ ਕੇ 3 ਪਰਿਕਰਮਾ ਕੀਤੀਆਂ, 5 ਪੈਸੇ ਨਾਲੀਏ ਰੱਖ ਕੇ ਮਰਿਆਦਾ ਪੂਰੀ ਕੀਤੀ। ਫਿਰ ਸਾਰੀਆਂ ਸਿੱਖ ਸੰਗਤਾਂ ਨੂੰ ਆਗਿਆ ਕੀਤੀ ਕਿ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਮਾਲਕ ਗੁਰੂ ਅਰਜਨ ਦੇਵ ਸਾਹਿਬ ਨੇ ਸਾਰਿਆਂ ਨੂੰ ਇਹਨਾਂ ਨੂੰ ਸਾਡਾ ਰੂਪ ਜਾਣ ਕੇ ਇਹਨਾਂ ਨੂੰ ਨਮਸਕਾਰ ਕਰੋ। ਜਿਹੜਾ ਇਹਨਾਂ ਦੇ ਚਰਨਾਂ ਵਿੱਚ ਝੁਕੇਗਾ ਉਹ ਸੁਖ ਪਾਵੇਗਾ, ਜਿਹੜਾ ਨਹੀਂ ਝੁਕੇਗਾ ਉਹ ਦੁਖੀ ਹੋਵੇਗਾ। ਇਸ ਲਈ ਬਾਬਾ ਮਹਾਂਦੇਵ ਕਹਿੰਦੇ ਨੇ, ਸੁਣ ਭਰਾ, ਵੱਡਾ ਹੈ ਤੂੰ, ਤੇਰਾ ਘਰ ਵਿੱਚ ਅਦਬ। ਪਰ ਬਾਬਾ ਗੁਰੂ ਅਰਜਨ ਦੇਵ ਸਾਹਿਬ ਜਿਨ੍ਹਾਂ ਨੂੰ ਪਿਤਾ ਗੁਰੂ ਰਾਮਦਾਸ ਜੀ ਨੇ ਆਪ ਗੱਦੀ ਦਿੱਤੀ ਹੈ ਨਾ, ਸ਼੍ਰੀ ਗੁਰ ਨੇ ਗੁਰਤਾ ਜਬ ਦੀਨਸ, ਸਭ ਸੰਗ ਆਗਿਆ ਕੀਨਸ ਬਖਾਨ, ਸਾਰਿਆਂ ਦੇ ਤਾਈਂ ਗੁਰੂ ਰਾਮਦਾਸ ਜੀ ਨੇ ਆਗਿਆ ਕੀਤੀ ਸੀ। ਚਰਨ ਪਰਹੋ ਅਨੁਸਾਰ ਰਹੋ ਇਨਾ, ਕਿ ਇਹਨਾਂ ਦੇ ਚਰਨਾਂ ਉੱਤੇ ਪਾਓ ਤੇ ਇਹਨਾਂ ਦੀ ਆਗਿਆ ਵਿੱਚ ਰਹੋ। ਹਮਨੇ ਤਬ ਹੀ ਲੀਨ ਸਮਾਨ, ਮੈਂ ਤਾਂ ਪਿਤਾ ਦੀ ਆਗਿਆ ਉਦੋਂ ਹੀ ਮੰਨ ਲਈ ਸੀ। ਤੂੰ ਅੱਜ ਕਹਿਣਾ ਗੁਰੂ ਅਰਜਨ ਦੇਵ ਸਾਹਿਬ ਦਾ ਮੈਂ ਪੱਖੀ ਹਾਂ, ਮੈਂ ਤਾਂ ਉਦੋਂ ਦਾ ਹੀ ਇਹਨਾਂ ਦਾ ਪੱਖੀ ਹਾਂ, ਪੱਖ ਕਰਦਾ। ਕਿਉਂ? ਗੁਰੂ ਰਾਮਦਾਸ ਜੀ ਨੇ ਆਗਿਆ ਕੀਤੀ, ਇਹਨਾਂ ਦੇ ਚਰਨਾਂ ਤੇ ਪਾਓ ਤੇ ਸੁਖ ਮਾਣੋ। ਫਿਰ ਪਿਤ ਗੁਰ ਹਰ ਅਵਤਾਰ ਸੰਤ ਮਨ, ਤੇ ਗੁਰੂ ਪਿਤਾ ਹਰੀ ਅਵਤਾਰ ਨੇ, ਮਨ ਉਹਨਾਂ ਦਾ ਸੰਤ ਸਰੂਪ ਹੈ। ਹਮ ਨਾ ਹਟਾਵੈ ਤੋਹਿ ਸਮਾਨ, ਪਰ ਤੇਰੇ ਵਾਂਗੂ ਮੈਂ ਪਿਤਾ ਦੀ ਆਗਿਆ ਮੋੜਨ ਵਾਲਾ ਨਹੀਂ, ਕਿਉਂਕਿ ਗੁਰੂ ਰਾਮਦਾਸ ਜੀ ਪਿਤਾ ਗੁਰੂ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਨੇ, ਸ਼ਾਂਤ ਆਤਮਾ ਗੁਰੂ ਰਾਮਦਾਸ ਜੀ, ਉਹਨਾਂ ਦੀ ਆਗਿਆ ਮੈਂ ਮੋੜ ਨਹੀਂ ਸਕਦਾ, ਮੈਂ ਭੰਗ ਨਹੀਂ ਕਰ ਸਕਦਾ ਤੇਰੇ ਵਾਂਗੂ। ਆਸਮਾਨ ਕੋ ਬਾਣ ਪ੍ਰਹਾਰੈ, ਇੱਕ ਗੱਲ ਮੇਰੀ ਹੁਣ ਸੁਣੋ ਭਰਾ ਜੀ, ਤੁਸੀਂ ਚਾਹੁੰਦੇ ਹੋ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਮੈਂ ਖਤਮ ਕਰਾਉਣਾ ਹੈ, ਜਾਂ ਇਹਨਾਂ ਨੂੰ ਗ੍ਰਿਫਤਾਰ ਕਰਾਉਣਾ ਹੈ, ਜਾਂ ਦੁੱਖ ਪਹੁੰਚਾਉਣੇ ਨੇ। ਇੱਕ ਗੱਲ ਯਾਦ ਰੱਖਿਓ, ਆਸਮਾਨ ਕੋ ਬਾਣ ਪ੍ਰਹਾਰੈ, ਜਿਹੜਾ ਧਰਤੀ ਤੇ ਜ਼ਮੀਨ ਤੇ ਖਲੋ ਕੇ ਆਸਮਾਨ ਵੱਲ, ਆਕਾਸ਼ ਵੱਲ ਤੀਰ ਚਲਾਉਂਦਾ ਹੈ, ਉਲਟ ਲਗੈ ਤਿਸਿਹੁ ਕੇ ਆਏ, ਉਲਟਾ ਤੀਰ ਚਲਾਉਣ ਵਾਲੇ ਦੇ ਉੱਤੇ ਹੀ ਆ ਕੇ ਲੱਗਦਾ ਹੈ। ਇਹ ਉਹਨਾਂ ਨੂੰ ਸਦਾ ਹੀ ਦੁੱਖ ਪਹੁੰਚਦੇ ਨੇ, ਨੁਕਸਾਨ ਉਹਨਾਂ ਦੇ ਹੁੰਦੇ ਨੇ। ਜਿਹੜੇ ਧਰਮੀਆਂ ਨੂੰ, ਸ਼ਾਂਤ ਆਤਮਾ ਵਾਲਿਆਂ ਨੂੰ, ਨਿਰਵੈਰਾਂ ਦੇ ਨਾਲ ਜਿਹੜੇ ਵੈਰ ਕਰਦੇ ਨੇ ਨਾ, ਉਹਨਾਂ ਨੂੰ ਦੁੱਖ ਦੇਣ ਦਾ ਯਤਨ ਕਰਦੇ ਨੇ, ਉਲਟਾ ਦੁੱਖ ਉਹਨਾਂ ਦੀ ਝੋਲੀ ਆ ਪੈਂਦਾ। ਅਸਮਾਨ ਵੱਲ ਤੀਰ ਚਲਾਵੇ, ਧਰਤੀ ਤੇ ਖਲੋ ਕੇ ਵਾਪਸ ਜਿਹੜਾ ਚੱਲਿਆ ਤੀਰ ਚਲਾਉਣ ਵਾਲੇ ਦੇ ਉੱਤੇ ਆ ਕੇ ਲੱਗਦਾ ਹੈ। ਸੈਲਣ ਸਾਥ ਮਾਥ ਜੋ ਮਾਰੈ, ਜਿਹੜਾ ਪਹਾੜ ਦੇ ਨਾਲ ਆਪਣਾ ਮੱਥਾ ਮਾਰੇ, ਭਗਨ ਹੋਏ ਸਿਰ ਕਛੁ ਨ ਬਸਾਈ, ਕੀ ਹੋਵੇਗਾ? ਆਪਣਾ ਸਿਰ ਜਿਹੜਾ ਉਹ ਭੱਜੇਗਾ, ਤੇ ਪੱਥਰ ਦਾ ਜਿਹੜਾ ਹੈ ਪਹਾੜ ਦਾ ਕੁਝ ਨਹੀਂ ਕੱਸਦਾ। ਇਹ ਦ੍ਰਿਸ਼ਟਾਂਤ ਦੇ ਰਹੇ ਨੇ ਮਹਾਂਦੇਵ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਰਥਾਏ, ਕਿ ਇੱਕ ਪਾਸੇ ਗੁਰੂ ਅਰਜਨ ਦੇਵ ਸਾਹਿਬ ਨੇ ਪਹਾੜ ਦੀ ਤਰ੍ਹਾਂ, ਤੇ ਤੂੰ ਆਪਣਾ ਮੱਥਾ ਮਾਰਨ ਦਾ ਯਤਨ ਕਰ ਰਿਹਾ ਹੈ। ਉਹ ਤਾਂ ਪਹਾੜ ਦੀ ਤਰ੍ਹਾਂ ਨੇ, ਉਹਨਾਂ ਨੂੰ ਤਾਂ ਕੁਝ ਹੋਣਾ ਨਹੀਂ, ਪਰ ਉਲਟਾ ਮੱਥਾ ਤੂੰ ਆਪਣਾ ਪਨਾਵੇਂਗਾ। ਸ਼ੇਰ ਸਰਪ ਕੇ ਦਸਨ ਗਹਿ ਜੋ, ਹਾਂ, ਜੇ ਕੋਈ ਸੱਪ ਤੇ ਸ਼ੇਰ ਦੇ ਦੰਦ ਫੜਨੇ ਚਾਹੇ, ਪਾਵਕ ਜਵਲਤ ਹਾਥ ਕਿਦੇ ਪਾਏ, ਕੀ ਹੋਵੇਗਾ ਉਹ ਆਪਾਂ ਸਾਰੇ ਜਾਣਦੇ ਹਾਂ। ਜਾਂ ਫਿਰ ਬਲਦੀ ਹੋਈ ਅੱਗ ਵਿੱਚ ਕੋਈ ਆਪਣਾ ਹੱਥ ਪਾਵੇਗਾ, ਆਹਣ ਬਾਂਦੀ ਸੰਗ ਗਰੀਬ ਕੇ, ਉਹ ਆਪਣਾ ਹੱਥ ਹੀ ਛਡਾਵੇਗਾ। ਜੇ ਕੋਈ ਆਪਣੇ ਗਲੇ ਦੇ ਨਾਲ ਪੱਥਰ ਬੰਨ੍ਹ ਕੇ, ਤਰਬੋ ਚਹੈ ਭੁਜਨ ਬਲ ਲਾਏ, ਬਾਹਾਂ ਦਾ ਬਲ ਲਾ ਕੇ ਤਰਨਾ ਚਾਹੇਗਾ ਤੇ ਤਰ ਨਹੀਂ ਸਕਦਾ। ਤਿਮ ਤੇਰੋ ਬਿਰਤਾਂਤ ਸੋ ਜਣੀਅਤ, ਐ ਭਰਾ ਜੀ ਤੇਰੇ ਸਾਰੇ ਬਿਰਤਾਂਤ, ਤੇਰੇ ਸਾਰੇ ਯਤਨ ਇਸ ਤਰ੍ਹਾਂ ਮੈਨੂੰ ਲੱਗਦੇ ਨੇ। ਜਾਂ ਤੇ ਕਰ ਵਿਚਾਰ ਬਚ ਮਾਨ, ਆਪਣੇ ਮਨ ਵਿੱਚ ਵਿਚਾਰ ਕਰ ਤੇ ਮੇਰੀ ਗੱਲ ਮੰਨ ਲੈ। ਕਿਉਂ ਤੇਰੀਆਂ ਸਾਰੀਆਂ ਵਿਧੀਆਂ, ਤੇਰੇ ਯਤਨ ਇਸ ਤਰ੍ਹਾਂ ਲੱਗ ਰਹੇ ਨੇ। ਕੋਈ ਆਕਾਸ਼ ਨੂੰ ਤੀਰ ਚਲਾਵੇ ਤੇ ਆਪਣੇ ਆ ਲੱਗਦਾ ਹੈ, ਪਹਾੜ ਨਾਲ ਮੱਥਾ ਮਾਰੇ ਤੇ ਸਿਰ ਬਣਾ ਲੈਂਦਾ ਹੈ। ਸ਼ੇਰ ਅਤੇ ਸੱਪ ਦੇ ਦੰਦ ਫੜੇ ਨਹੀਂ ਜਾਂਦੇ। ਬਲਦੀ ਅੱਗ ਵਿੱਚ ਹੱਥ ਪਾਵੇਂਗਾ ਤੇ ਹੱਥ ਆਪਣਾ ਸੜਾਵੇਂਗਾ। ਗਲੇ ਵਿੱਚ ਪੱਥਰ ਬੰਨ੍ਹ ਕੇ ਬਾਹਾਂ ਨਾਲ ਤਰਨ ਦਾ ਯਤਨ ਕਰੇ, ਤਰ ਨਹੀਂ ਸਕਦਾ ਕੋਈ। ਇਸੇ ਤਰ੍ਹਾਂ ਮੈਨੂੰ ਤੇਰੀ ਹਾਲਾਤਾਂ ਲੱਗ ਰਹੀਆਂ ਨੇ ਕਿ ਗਲੇ ਵਿੱਚ ਪਾਪ ਦੇ ਭਾਰੀ ਪੱਥਰ ਬੰਨ੍ਹ ਰਿਹਾ ਹੈ।
ਯਤਨਾਂ ਦੇ ਨਾਲ ਤੂੰ ਗੱਦੀ ਚਾਹੁੰਦਾ ਹੈ, ਤਰਨਾ ਚਾਹੁੰਦਾ ਹੈ, ਤਰ ਨਹੀਂ ਸਕਦਾ। ਇਸ ਲਈ ਤੇਰੇ ਸਾਰੀਆਂ ਯਤਨ ਕੀਤੇ ਹੋਏ ਮੈਨੂੰ ਬਿਰਥੇ ਲੱਗ ਰਹੇ ਹਨ। ਸ੍ਰੀ ਗੁਰ ਪਿਤ ਕੋ ਬਾਗ ਅਟਲ ਰਹਿ, ਗੁਰੂ ਪਿਤਾ ਗੁਰੂ ਰਾਮਦਾਸ ਜੀ ਦੇ ਜਿਹੜੇ ਬਾਕ ਬਚਨ ਨੇ ਉਹ ਅਟਲ ਹਨ। ਜਿਤ ਕਿਤ ਤੇ ਤੂੰ ਭਾਵਹਿ ਹਾਨ, ਜਿੱਥੇ ਕਿੱਥੇ ਵੀ ਜਾਵੇਂਗਾ ਨਾ ਆਪਣਾ ਨੁਕਸਾਨ ਹੀ ਕਰਾਵੇਂਗਾ। ਆਪਣੋ ਹਿਤ ਲਖ ਸੁਤ ਬਣਤਾ ਜੁਤ, ਆਪਣਾ ਹਿੱਤ ਜਾਣ ਪੁੱਤਰ ਅਤੇ ਇਸਤਰੀ ਸਮੇਤ ਬਸੋ ਸੋ ਨਿਤ ਚਿਤ ਆਨੰਦ ਠਾਣ। ਆਪਣੇ ਚਿੱਤ ਵਿੱਚ ਆਨੰਦ ਧਾਰ ਕੇ ਆਪਣੇ ਘਰ ਵਿੱਚ ਰਹੋ। ਤੂੰ ਕਹਿੰਦਾ ਮੇਰਾ ਭਲਾ ਤੂੰ ਚਾਹੁੰਦਾ ਹੈ, ਇਹਦੇ ਵਿੱਚ ਮੇਰਾ ਕੀ ਭਲਾ ਕਿ ਜਿਹੜਾ ਕੰਮ ਤੂੰ ਕਰ ਰਿਹਾ ਮੈਨੂੰ ਚੁੱਕਣਾ ਦੇ ਕੇ ਮੇਰੇ ਤੋਂ ਵੀ ਕਰਾਉਣਾ ਚਾਹੁੰਦਾ। ਮੈਂ ਤਾਂ ਭਰਾਵਾ ਘਰ ਵਿੱਚ ਬੈਠਾ ਸੁੱਖ ਦੇ ਨਾਲ ਆਨੰਦ ਮਾਣ ਰਿਹਾ, ਪਰ ਉਲਟਾ ਤੂੰ ਤ੍ਰਿਸ਼ਨਾ ਦੀ ਅੱਗ 'ਚ ਸੜ ਰਿਹਾ। ਹੁਣ ਤੂੰ ਚੱਲਿਆ ਉਹਨਾਂ ਕੋਲ, ਉੱਥੇ ਜਾ ਕੇ ਤੇਰਾ ਕਿੰਨਾ ਨੁਕਸਾਨ ਹੋਵੇਗਾ। ਇਸ ਲਈ ਮੇਰੀ ਗੱਲ ਮੰਨ, ਮੈਂ ਤੇਰੇ ਭਲੇ ਲਈ ਕਹਿੰਦਾ ਆਪਣੀ ਘਰ ਵਾਲੀ ਤੇ ਪੁੱਤਰ ਸਮੇਤ ਆਪਣੇ ਘਰ ਵਿੱਚ ਸੁਖੀ ਬਸੋ। ਮੇਲ ਕਰੋ ਨਹਿ ਅਪਜਸ ਪਾਵੋ, ਗੁਰੂ ਅਰਜਨ ਦੇਵ ਸਾਹਿਬ ਦੇ ਨਾਲ ਮੇਲ ਰੱਖੋ, ਫਿਰ ਵੀ ਤੁਹਾਡੇ ਭਰਾ ਨੇ, ਐਵੇਂ ਆਪਣੀ ਨਿੰਦਿਆ ਨਾ ਕਰਾਵੋ। ਹਰਖੋ ਹੀਰ ਲਖੋ ਪਿਤ ਥਾਨ, ਗੁਰੂ ਰਾਮਦਾਸ ਜੀ ਦੇ ਥਾਂ ਗੁਰੂ ਅਰਜਨ ਦੇਵ ਸਾਹਿਬ ਨੂੰ ਜਾਣ ਕੇ ਪ੍ਰਸੰਨ ਰਹੋ। ਪ੍ਰਥਿਆ ਭਣੈ ਭਇਓ ਮਸਤਾਨਾ, ਮਹਾਦੇਵ ਦੀ ਗੱਲ ਸੁਣ ਕੇ ਬਾਬਾ ਪ੍ਰਿਥੀ ਚੰਦ ਕਹਿਣ ਲੱਗੇ ਤੂੰ ਤਾਂ ਮਸਤਾਨਾ ਹੈ, ਤੂੰ ਤਾਂ ਬੌਰਾ ਹੈ, ਤੂੰ ਕਮਲਾ ਹੈ। ਇਹ ਵਚਨ ਗੁਰੂ ਨਾਨਕ ਸਾਹਿਬ ਜੀ ਦੇ ਵੀ ਆਪਾਂ ਨੂੰ ਬਾਣੀ ਦੇ ਅੰਦਰ ਮਿਲਦੇ ਹਨ। ਗਏ ਤਾਂ ਹੀ ਮਹਾਰਾਜ ਨੇ ਇਹ ਬਚਨ ਉਚਾਰਨ ਕੀਤੇ ਨੇ। ਕੋਈ ਆਖੇ ਭੂਤਨਾ, ਕੋਈ ਕਹਿ ਰਿਹਾ ਕਿ ਇਹਨਾਂ ਨੂੰ ਭੂਤਨਾ ਚੰਬੜ ਗਿਆ, ਕੋਈ ਆਖੇ ਭੂਤਨਾ ਕੋ ਕਹੈ ਬੇਤਾਲਾ, ਕੋਈ ਕਹਿੰਦਾ ਇਹਨਾਂ ਦੀ ਮੱਤ ਮਾਰੀ ਗਈ, ਕੋਈ ਕਹਿੰਦਾ ਵਿਚੇਰਾ ਆਦਮੀ ਇਹਨੂੰ ਸਮਝ ਨਹੀਂ ਹੈ। ਮਹਾਰਾਜ ਕਹਿੰਦੇ ਪਰ ਜੇ ਮੈਂ ਉਸ ਪ੍ਰਮਾਤਮਾ ਦੀ ਯਾਦ ਵਿੱਚ ਬੌਰਾ ਹਾਂ ਤੇ ਮੇਰਾ ਇਹ ਬੌਰਾਪਨ ਹੀ ਚੰਗਾ ਹੈ। ਇਸ ਲਈ ਜਿਹੜੇ ਚੰਟ ਚਲਾਕ ਲੋਕ ਕਪਟੀ ਹਨ, ਕਪਟ ਕਰਨ ਵਾਲੇ, ਆਪਣੇ ਅੰਦਰ ਪਾਪ ਰੱਖਣ ਵਾਲੇ, ਈਰਖਾਲੂ ਲੋਕ, ਉਹ ਸੋਚਦੇ ਹਨ ਕਿ ਅਸੀਂ ਬਹੁਤ ਸਿਆਣੇ ਹਾਂ, ਤੇ ਜਿਹੜਾ ਸਿੱਧਾ ਸੁਭਾਅ ਵਾਲਾ ਮਨੁੱਖ ਹੋਵੇ ਤੇ ਉਹਨੂੰ ਕਿਹਾ ਜਾਂਦਾ ਤੂੰ ਮਸਤਾਨਾ ਹੈ। ਇਸ ਲਈ ਅੱਗੋਂ ਇਹ ਕਹਿਣ ਲੱਗਾ, ਪ੍ਰਿਥੀ ਚੰਦ ਕਹਿਣ ਲੱਗਾ ਮਹਾਦੇਵ ਤੂੰ ਵੱਡਾ ਮਸਤਾਨਾ ਹੈ। ਜਿਮ ਬਾਲਕ ਬੈ ਤਿਮ ਅਨਜਾਣ, ਜਿਸ ਤਰ੍ਹਾਂ ਬੱਚਿਆਂ ਵਾਲੀ ਮੱਤ ਹੁੰਦੀ ਹੈ ਨਾ, ਬੱਚਿਆਂ ਦੀ ਮੱਤ ਹੁੰਦੀ ਹੈ, ਉਸੇ ਤਰ੍ਹਾਂ ਤੇਰੀ ਮੱਤ ਵੀ ਅਣਜਾਣ ਹੈ। ਜੋ ਮੁਝਦਹ ਕਹੈ ਬਚਤੈ ਸੋ, ਤੇਰੀ ਬੱਚਿਆਂ ਵਾਲੀ ਮੱਤ ਹੈ ਪਰ ਚੰਗੀ ਹੈ ਉਹ ਵੀ ਮੱਤ, ਕਿਉਂਕਿ ਬਾਲਪਨ ਵਿੱਚ ਬੱਚੇ ਨੂੰ ਵੀ ਕਿਹਾ ਜਾਂਦਾ ਹੈ ਕਿ ਰੱਬ ਰੂਪ ਹੈ। ਕਾਰਨ ਕਿਉਂਕਿ ਉਹਦੇ ਅੰਦਰ ਕੋਈ ਛਾਲ ਕਪਟ ਧੋਖਾ ਨਹੀਂ ਹੁੰਦਾ, ਝੂਠ ਨਹੀਂ ਹੁੰਦਾ। ਇਸ ਕਰਕੇ ਬੱਚੇ ਨੂੰ ਦੇਖ ਕੇ ਸਾਰੇ ਕਹਿੰਦੇ ਨੇ ਤਾਂ ਰੱਬ ਰੂਪ ਸੀ ਬਾਲਕ। ਤੇ ਜੇ ਇਦਾਂ ਦੀ ਮੱਤ ਕਹੀ ਜਾਂਦੀ ਹੈ ਜਿਹਦੇ ਵਿੱਚ ਛਲ ਕਪਟ ਕੋਈ ਨਹੀਂ ਤੇ ਉਹ ਵੀ ਮੁਬਾਰਕ ਹੈ। ਪਰ ਅੱਗੋਂ ਕਹਿਣ ਲੱਗਾ ਮਹਾਦੇਵ ਨੂੰ, ਕਹਿਣ ਲੱਗਾ ਤੇਰੀ ਬੱਚਿਆਂ ਵਾਲੀ ਮੱਤ ਅਣਜਾਣ ਹੈ। ਜੋ ਮੁਝ ਦਹੈ ਕਹੈ ਬਚ ਤੇਰੂ, ਜਿਹੜੀ ਤੂੰ ਗੱਲਾਂ ਕਰ ਰਿਹਾ ਮੈਨੂੰ ਅੰਦਰੋਂ ਸਾੜਦੀਆਂ ਹਨ। ਚਾਹੈ ਰਹੋ ਤਿਸ ਦਾਸ ਸਮਾਨ, ਤੂੰ ਚਾਹੁੰਦਾ ਹੈ ਕਿ ਮੈਂ ਗੁਰੂ ਅਰਜਨ ਦੇਵ ਸਾਹਿਬ ਦਾ ਸੇਵਕ ਬਣ ਕੇ ਰਹਾਂ। ਮੈਂ ਨਹਿ ਮੂਰਖ ਕਰਹੁ ਯਤਨ ਅਬ, ਮੈਂ ਮੂਰਖ ਥੋੜੀ ਹਾਂ, ਤੁਸੀਂ ਤਾਂ ਮੂਰਖ ਹੋ, ਉਹਨਾਂ ਦੇ ਸੇਵਕ ਚੇਲੇ ਬਣ ਕੇ ਰਹਿ ਰਹੇ ਹੋ। ਮੈਂ ਮੂਰਖ ਨਹੀਂ ਹਾਂ, ਮੈਂ ਆਪਣਾ ਯਤਨ ਕਰਾਂਗਾ। ਗੁਰਤਾ ਲੈ ਹੋ ਸ਼ੀਨ ਮਹਾਨ, ਤੇ ਉਹਨਾਂ ਕੋਲੋਂ ਮੈਂ ਗੁਰਤਾ ਗੱਦੀ ਹਰ ਯਤਨ ਦੇ ਨਾਲ ਆਪਣੇ ਬਲ ਦੇ ਨਾਲ ਉਹਨਾਂ ਕੋਲੋਂ ਲੈ ਲਵਾਂਗਾ। ਰਹੋ ਏਕਾਕੀ ਤੁਮ ਹੋਏ ਦੋਨੋਂ, ਤੁਸੀਂ ਦੋਵੇਂ ਰਹੋ ਤੇ ਮੈਂ ਇਕੱਲਾ ਹੀ ਰਹਾਂਗਾ। ਕਰਹੁ ਉਪਾਉ ਹੋਏਗੇ ਹਾਨ, ਜਿਹੜਾ ਵੀ ਤੁਸੀਂ ਯਤਨ ਕਰੋਗੇ ਤੁਹਾਨੂੰ ਨੁਕਸਾਨ ਹੀ ਮਿਲੇਗਾ। ਮਹਾਦੇਵ ਕਹਿ ਨਿਜ ਹਿਤ ਕਹੁ ਲਹੈ, ਸੁਣ ਕੇ ਮਹਾਦੇਵ ਕਹਿੰਦੇ ਨੇ ਕਿ ਤੂੰ ਆਪਣਾ ਹਿੱਤ ਚਾਹੁੰਦਾ ਹੈ, ਪਰਹੁ ਪਾਏ ਮਿਲ ਬਸੋ ਸੁਖੈਨ। ਜੇ ਤੂੰ ਆਪਣਾ ਭਲਾ ਚਾਹੁੰਦਾ ਹੈ ਤੇ ਗੁਰੂ ਅਰਜਨ ਦੇਵ ਸਾਹਿਬ ਦੇ ਪੈਰੀ ਪੈ ਤੇ ਸੁਖੀ ਵਸ ਘਰ ਵਿੱਚ। ਕਾਮ ਕ੍ਰੋਧ ਮਦ ਮਾਨ ਲੋਭ, ਕਾਮ ਨੂੰ, ਕ੍ਰੋਧ ਨੂੰ, ਅਹੰਕਾਰ ਨੂੰ, ਲੋਭ ਨੂੰ, ਅਬ ਜੇ ਨਹਿ ਮਾਨੈ ਮੰਬੈਣ। ਇਸ ਮਤ ਨੂੰ ਦੂਰ ਕਰ ਤੇ ਜੇ ਤੂੰ ਮੇਰੀ ਗੱਲ ਨਾ ਮੰਨੇ, ਦੁਖ ਤੇ ਤਰ ਦੁਖ ਲਹੈ ਅਨੇਕ ਵਿਦ, ਫਿਰ ਦੁੱਖ ਤੋਂ ਵੱਡੇ ਦੁੱਖ ਕਈ ਤਰ੍ਹਾਂ ਦੇ ਲਵੇਂਗਾ। ਅਪਜਸ ਤੇ ਅਪਜਸ ਬਿਨ ਚੈਨ, ਨਿੰਦਿਆ ਤੋਂ ਵੱਡੀ ਨਿੰਦਿਆ ਕਰਾਵੇਂਗਾ ਤੇ ਬਿਨਾਂ ਚੈਨ ਤੋਂ ਰਹੇਗਾ। ਤੂੰ ਲੋਕ ਬਿਗੜੈ ਪਛਤਾਵਾ, ਦੋਵੇਂ ਲੋਕ ਤੇਰੇ ਵਿਗੜ ਜਾਣਗੇ, ਲੋਕ ਵੀ ਤੇ ਪਰਲੋਕ ਵੀ, ਤੇ ਬਹੁਤਾ ਪਛਤਾਵੇਂਗਾ। ਹਾਥ ਨਾ ਆਏ ਸਮੋ ਜੁਤੈਣ। ਇਹ ਜਿਹੜਾ ਘਰ ਹੈ ਹੁਣ ਗੁਰੂ ਰਾਮਦਾਸ ਜੀ ਨੇ ਬਣਾ ਕੇ ਸਾਨੂੰ ਦਿੱਤਾ ਹੈ ਨਾ, ਤੇ ਦੂਜੀ ਗੱਲ ਇਹ ਸਮਾਂ ਇਹ ਹੱਥ ਵਿੱਚ ਨਹੀਂ ਆਉਣਾ। ਤਾਂ ਉਹ ਸਿਆਣੇ ਕਹਿੰਦੇ ਲੰਘਿਆ ਸਮਾਂ ਹੱਥ ਵਿੱਚ ਨਹੀਂ ਆਉਂਦਾ। ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ। ਭਾਈ ਵੀਰ ਸਿੰਘ ਜੀ ਕਹਿੰਦੇ ਸਮਾਂ ਜਿਹੜਾ ਹੈ
ਉਹ ਲੰਘਿਆ ਕਦੇ ਹੱਥ ਵਿੱਚ ਨਹੀਂ ਆਉਂਦਾ, ਇਸ ਲਈ ਸਮੇਂ ਨੂੰ ਸੰਭਾਲ ਲੈਣਾ ਚਾਹੀਦਾ। ਕਈ ਵਾਰੀ ਕੋਈ ਐਸਾ ਸਮਾਂ ਆਉਂਦਾ ਹੈ ਤੇ ਉਹਨੂੰ ਸੰਭਾਲਣ ਦੀ ਲੋੜ ਹੁੰਦੀ ਹੈ। ਜੇ ਉਸ ਵਕਤ ਸਮਾਂ ਸੰਭਾਲਿਆ ਹੋਵੇ ਤੇ ਅੱਗੇ ਆਉਣ ਵਾਲਾ ਸਾਰਾ ਹੀ ਸਮਾਂ ਸੁਖਮਈ ਹੋ ਜਾਂਦਾ ਹੈ। ਪਰ ਜੇ ਉਸ ਵੇਲੇ ਬੰਦਾ ਸਮੇਂ ਨੂੰ ਨਾ ਸੰਭਾਲ ਸਕੇ ਤੇ ਫਿਰ ਕੀ ਪਤਾ ਅੱਗੇ ਜਾ ਕੇ ਕਿੰਨੇ ਦੁੱਖਾਂ ਦਾ ਸਾਹਮਣਾ ਕਰਨਾ ਪੈਣਾ। ਮਹਾਦੇਵ ਨੇ ਗੱਲ ਕਹੀ, ਕਹਿਣ ਲੱਗਾ, ਭਰਾ ਜੀ ਇਹ ਘਰ, ਇਹ ਸਮਾਂ ਤੁਹਾਡੇ ਹਲੇ ਹੱਥ ਵਿੱਚ ਹੈ, ਜੇ ਲੰਘ ਗਿਆ ਫਿਰ ਹੱਥ ਵਿੱਚ ਨਹੀਂ ਰਹਿਣਾ। ਪ੍ਰਿਥਿਆ ਜਰਿਓ ਜਰਿਓ ਨਹਿ ਬਚ ਕੋ। ਬਾਬੇ ਪ੍ਰਿਥੀ ਚੰਦ ਨੇ ਮਹਾਦੇਵ ਦੀ ਗੱਲ ਸੁਣ ਕੇ ਅੰਦਰ ਨਾ ਜਰੀ। ਕਿਉਂ ਚਖਵਾਓ ਕਰਤੇ ਉੱਠ ਜਾਹੋ। ਸੁਣ ਕੇ ਤੇ ਅੰਦਰੋਂ ਸੜਿਆ, ਬਹੁਤ ਗੁੱਸੇ ਵਿੱਚ ਆਇਆ ਤੇ ਕਹਿਣ ਲੱਗਾ, ਕਿਉਂ ਬਕਵਾਸ ਕਰਦਾ ਹੈ, ਉੱਠ ਕੇ ਇੱਥੋਂ ਚਲਾ ਜਾ। ਇਮ ਕਹਿ ਮੌਨ ਧਰੀ ਰਿਸ ਉੱਪਰ। ਇਹ ਗੱਲ ਕਹਿ ਕੇ ਮਹਾਦੇਵ ਦੇ ਉੱਤੇ ਵੀ ਬਹੁਤਾ ਗੁੱਸਾ ਕੀਤਾ ਤੇ ਚੁੱਪ ਕਰ ਗਏ। ਸਨਮੁਖ ਨ ਦੇਖਤ ਦੁਖ ਮਾਹੋ। ਬਹੁਤੇ ਮਨ ਵਿੱਚ ਦੁਖੀ ਸਨ ਤੇ ਮਹਾਦੇਵ ਦੇ ਹੁਣ ਸਾਹਮਣੇ ਨਹੀਂ ਦੇਖਦੇ। ਹੋਣਹਾਰ ਕੋ ਹਿਰਦੈ ਵਿਚਾਰੋ। ਪਰ ਜਿਹੜਾ ਸਮਾਂ ਹੋਣਾ ਹੈ, ਆਉਣ ਵਾਲਾ ਸਮਾਂ, ਮਹਾਦੇਵ ਜੀ ਨੇ ਹਿਰਦੇ 'ਚ ਵਿਚਾਰਿਆ। ਮਹਾਦੇਵ ਦੇਖ ਤਿਸਕੇ ਦਾਹੋ। ਮਹਾਦੇਵ ਜੀ ਨੇ ਦੇਖ ਲਿਆ ਇਹਦੇ ਅੰਦਰ ਦਾ ਜਿਹੜਾ ਕ੍ਰੋਧ ਹੈ, ਅੰਦਰ ਦੀ ਈਰਖਾ ਜਿਹੜੀ ਹੈ, ਉਹ ਮਾੜਾ ਹੀ ਸਮਾਂ ਇਹਦੇ ਲਈ ਲੈ ਕੇ ਆਵੇਗੀ। ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਤੇ ਸ਼ਾਂਤ ਸਰੂਪ ਨੇ, ਉਹਨਾਂ ਦਾ ਅੰਦਰ ਤੇ ਸਦਾ ਹੀ ਸੁਖੀ ਹੈ। ਅਨੇਕਾਂ ਯਤਨ ਦੇ ਕਰਨ ਦੇ ਨਾਲ ਵੀ ਉਹਨਾਂ ਨੂੰ ਦੁੱਖ ਨਹੀਂ ਪਹੁੰਚਾ ਸਕਦਾ, ਪਰ ਉਲਟਾ ਦੁਖੀ ਇਹ ਹੋਵੇਗਾ। ਇਹਦੇ ਆਉਣ ਵਾਲੇ ਸਮੇਂ ਨੂੰ ਬਾਬੇ ਮਹਾਦੇਵ ਨੇ ਵਿਚਾਰ ਲਿਆ ਹੈ। ਚਿੰਤਾ ਸਰ ਕੋ ਮੀਨ ਬਣੋ ਨਿਤ। ਚਿੰਤਾ ਦੀ ਨਦੀ ਦੇ ਵਿੱਚ ਮਨ ਜਿਹੜਾ ਸੀ ਉਹ ਮੱਛੀ ਬਣ ਗਿਆ। ਸ਼ਰਾਬ ਦਿਓ ਕ੍ਰੁਧਤ ਹੋਇਆ ਤਾਹੋ। ਗੁੱਸੇ ਵਿੱਚ ਆ ਕੇ ਮਹਾਦੇਵ ਨੇ ਬੋਲ ਕਹੇ, ਕਹਿਣ ਲੱਗੇ, ਸੁਣ ਪ੍ਰਿਥੀ ਚੰਦ, ਤੇਰਾ ਮਨ ਮੱਛੀ ਦੀ ਤਰ੍ਹਾਂ ਹੈ, ਸਦਾ ਹੀ ਚਿੰਤਾ ਦੀ ਨਦੀ ਵਿੱਚ ਡੁੱਬਿਆ ਰਹੇਗਾ। ਤਜ ਤਿਸ ਕੋ ਉਠ ਸਦਨ ਸੁਧਾਰਿਓ। ਇਹਨੂੰ ਛੱਡ ਕੇ ਮਹਾਦੇਵ ਜੀ ਆਪਣੇ ਘਰ ਨੂੰ ਆ ਗਏ। ਬਦਿਓ ਬਖੀਰਾ ਮਨ ਕੁਲਾਏ। ਮਨ ਵਿੱਚ ਬੜੇ ਵਿਆਕੁਲ ਸਨ, ਦੁਖੀ ਸਨ ਕਿ ਬੜਾ ਵੱਡਾ ਵਖੇੜਾ ਝਗੜਾ ਵੱਧ ਗਿਆ ਹੈ। ਨਾਮ ਪਿਤਾ ਗੁਰੂ ਰਾਮਦਾਸ ਕੋ। ਪਿਤਾ ਜੀ ਦਾ ਨਾਮ ਗੁਰੂ ਰਾਮਦਾਸ ਜੀ ਦਾ ਨਾਮ। ਸੋ ਮਿਲ ਕਿਆ ਕਹਿ ਜਾਏ। ਉਹਨਾਂ ਤੁਰਕਾਂ ਨੂੰ ਜਾ ਕੇ ਤੇ ਦੱਸੇਗਾ ਕਿ ਮੈਂ ਗੁਰੂ ਰਾਮਦਾਸ ਜੀ ਦਾ ਪੁੱਤਰ ਹਾਂ। ਦਿੱਲੀ ਪਤ ਅਕਬਰ ਤੇ ਆਦਿਕ। ਦਿੱਲੀ ਦੇ ਪਾਤਸ਼ਾਹ ਹੋਏ ਜਿਹੜੇ ਨੇ ਅਕਬਰ ਆਦਿਕ। ਸ੍ਰੀ ਗੁਰੂ ਅਮਰ ਚਰਨ ਸਿਰ ਲਾਏ। ਬਾਦਸ਼ਾਹ ਜਿਹੜਾ ਸੀ ਉਹ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਆ ਕੇ ਝੁਕਿਆ ਸੀ। ਜਿਹੜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਝੁਕਿਆ ਬਾਬਰ, ਹਮਾਯੂੰ ਗੁਰੂ ਅੰਗਦ ਦੇਵ ਸਾਹਿਬ ਦੇ ਚਰਨੀ ਲੱਗਾ। ਜਿਹੜਾ ਬਾਦਸ਼ਾਹ ਅਕਬਰ ਹੋਇਆ ਉਹ ਗੁਰੂ ਅਮਰਦਾਸ ਜੀ ਦੇ ਆ ਕੇ ਚਰਨੀ ਪਿਆ। ਹੁਣ ਮਹਾਦੇਵ ਜੀ ਇਸ ਗੱਲ ਦੀ ਚਿੰਤਾ ਕਰਦੇ ਨੇ ਕਿ ਪਿਤਾ ਗੁਰੂ ਰਾਮਦਾਸ ਜੀ ਦਾ ਜਾ ਕੇ ਨਾਮ ਲਵੇਗਾ ਤੁਰਕਾਂ ਦੇ ਕੋਲ, ਇਹ ਦੱਸੇਗਾ ਕਿ ਮੈਂ ਗੁਰੂ ਰਾਮਦਾਸ ਦਾ ਪੁੱਤਰ ਹਾਂ ਤੇ ਤੁਹਾਡੇ ਚਰਨਾਂ 'ਚ ਆਇਆ ਹਾਂ। ਤਬੈ ਨਲਾਇਕ ਤਿਨਕੇ ਆਗੇ। ਇਹ ਵੱਡਾ ਨਲਾਇਕ ਹੈ ਉਹਨਾਂ ਦੇ ਅੱਗੇ ਜਾ ਕੇ। ਚਲੇ ਪੁਕਾਰੂ ਬਾਹੋ ਉਠਾਏ। ਪੁਕਾਰੂ ਬਣ ਕੇ ਜਾ ਰਿਹਾ ਬਾਹਾਂ ਚੁੱਕ ਕੇ। ਉਹ ਸਾਰੇ ਬਾਦਸ਼ਾਹ ਦਿੱਲੀ ਦੇ ਤਖਤ ਆਪ ਚੱਲ ਕੇ ਗੁਰੂ ਦੇ ਚਰਨਾਂ ਵਿੱਚ ਆਉਂਦੇ ਰਹੇ। ਬੜਾ ਅਦਬ ਤੇ ਸਤਿਕਾਰ ਰੱਖਿਆ। ਬਾਦਸ਼ਾਹ ਅਕਬਰ ਨੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਆਇਆ ਤੇ ਸਤਿਗੁਰੂ ਜੀ ਨੇ ਇਹ ਨੇਮ ਬਣਾਇਆ ਸੀ ਕਿ ਪਹਿਲਾਂ ਪੰਗਤ ਪਾਛੈ ਸੰਗਤ। ਉਸ ਵੇਲੇ ਜਿਹੜਾ ਚੌਬਦਾਰ ਖੜਾ ਸੀ, ਦਰਵਾਜ਼ੇ ਤੇ ਸੇਵਕ ਖੜਾ ਸੀ, ਉਹਨੇ ਬਾਦਸ਼ਾਹ ਦੇ ਕੰਨੀ ਇਹ ਗੱਲ ਪਾਈ ਕਿ ਗੁਰੂ ਨਾਨਕ ਸਾਹਿਬ ਦੇ ਘਰ ਦਾ ਹੁਣ ਨੇਮ ਹੈ, ਗੁਰੂ ਅਮਰਦਾਸ ਜੀ ਨੇ ਬਣਾਇਆ ਕਿ ਪਹਿਲਾਂ ਪੰਗਤ 'ਚ ਬੈਠੋ, ਪ੍ਰਸ਼ਾਦਾ ਛਕੋ, ਫਿਰ ਤੁਸੀਂ ਸੰਗਤ ਵਿੱਚ ਆਓ। ਤੇ ਉਸ ਵੇਲੇ ਬਾਦਸ਼ਾਹ ਅਕਬਰ ਨੇ ਗੁਰੂ ਅਮਰਦਾਸ ਜੀ ਦਾ ਇਹ ਬਚਨ ਮੰਨਿਆ। ਜਿਹੜੇ ਜਿਹੜੇ ਬੋਲ ਗੁਰੂ ਸਾਹਿਬ ਜੀ ਨੇ ਕਹੇ ਅਕਬਰ ਨੇ ਸਾਰੇ ਹੀ ਮੰਨੇ। ਇਸ ਲਈ ਮਹਾਦੇਵ ਇਸ ਗੱਲ ਤੋਂ ਚਿੰਤਤ ਸਨ। ਚਿੰਤਾ ਤੇ ਹੁੰਦੀ ਹੈ ਨਾ ਕਿ ਇੱਕ ਪਾਸੇ ਵੱਡੇ ਵੱਡੇ ਤਖਤ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆ ਕੇ ਝੁਕਦੇ ਹੋਣ ਤੇ ਦੂਜੇ ਪਾਸੇ ਗੁਰੂ ਨਾਨਕ ਸਾਹਿਬ ਦੇ ਕਹਾਉਣ ਵਾਲੇ ਕਿ ਅਸੀਂ ਵੀ ਤਾਂ ਇੱਥੋਂ ਪੰਜਾਬ ਦੇ ਵਾਸੀ ਹਾਂ, ਸਾਡੀਆਂ ਦਸਤਾਰਾਂ ਦੇਖੋ, ਸਾਡੇ ਚਿਹਰੇ ਦੇਖੋ, ਅਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ, ਤੇ ਉਹ ਜਾ ਕੇ ਹਕੂਮਤਾਂ ਦਾ ਸਹਾਰਾ ਲੈਂਦੇ ਫਿਰਨ, ਉਹਨਾਂ ਦੇ ਸਹਾਰੇ ਲੈਂਦੇ ਫਿਰਨ ਜਿਨ੍ਹਾਂ ਬਾਰੇ ਬਾਣੀ 'ਚ ਬਚਨ ਕਹੇ ਨੇ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਕਹੂ ਹਰ ਸਮਾਨ ਨਹੀਂ ਰਾਜ। ਇਸ ਗੱਲ ਦੀ ਚਿੰਤਾ ਮਹਾਦੇਵ ਨੇ ਮਨ ਵਿੱਚ ਕੀਤੀ ਹੈ ਕਿ ਅਕਬਰ ਵਰਗੇ ਬਾਦਸ਼ਾਹ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਆ ਕੇ ਝੁਕੇ ਨੇ। ਇਹ ਕਿੱਦਾਂ ਦਾ ਨਲਾਇਕ ਬਿਰਤੀ ਵਾਲਾ ਹੋਇਆ ਜਿਹੜਾ ਆਪਣੀਆਂ ਬਾਹਾਂ ਖੜੀਆਂ ਕਰਕੇ ਉਹਨਾਂ ਹਕੂਮਤਾਂ ਦੇ ਅੱਗੇ ਜਾ ਕੇ
ਤਖਤਾਂ ਦੇ ਅੱਗੇ ਜਾ ਕੇ, ਬਾਦਸ਼ਾਹ ਦੇ ਅੱਗੇ ਜਾ ਕੇ ਪੁਕਾਰਾਂ ਕਰੇਗਾ। ਮੈਂ ਸਮਝਾਏ ਰਹਿਓ ਬਹੁ ਤੇਰਾ, ਬਹੁਤ ਸਮਝਾਇਆ ਇਹਦਾ ਪੱਖ ਜਿਹੜਾ ਸੀ ਰੱਖਣ ਵਾਸਤੇ, ਇਹਦੀ ਮਦਦ ਕਰਨ ਦੇ ਲਈ, ਏਕ ਨਾ ਮਾਨੀ ਮਨ ਮਤ ਮੰਦ। ਪਰ ਆਪਣੀ ਮਨ ਦੀ ਹੀ ਉਹਨੇ ਕੀਤੀ ਹੈ ਤੇ ਮੇਰੀ ਇੱਕ ਗੱਲ ਵੀ ਨਹੀਂ ਮੰਨੀ। ਹੋਨਹਾਰ ਕੋ ਜਾਣੈ ਕਿਆ ਹੋਏ, ਹੁਣ ਜਾਣਦੇ ਨੇ ਹੋਨਹਾਰ ਕੋ ਜਾਣੈ ਕਿਆ ਹੋਏ। ਕਰ ਬਿਖ ਦੈਬੋ ਪਾਪ ਬਿਲੰਦ, ਤੇ ਵੱਡੇ ਜਿਹੜੇ ਪਾਪ ਇਹਨੇ ਕੀਤੇ ਨੇ, ਹੁਣ ਆਉਣ ਵਾਲਾ ਸਮਾਂ ਹੀ ਜਾਣਦਾ ਹੈ ਕੀ ਹੋਵੇਗਾ। ਚਿਤਵਤ ਸਦਾ ਅਨਰਥਨ ਬੀਤਾ, ਹਮੇਸ਼ਾ ਆਪਣੇ ਚਿੱਤ ਦੇ ਵਿੱਚ ਪਾਪ ਹੀ ਚਿਤਵਦਾ ਹੈ। ਉਰ ਹੰਕਾਰ ਨਾ ਮੋਹਿ ਮਨਿੰਦ, ਤੇ ਪ੍ਰਿਥੀ ਚੰਦ ਦੇ ਮਨ ਵਿੱਚ ਹੰਕਾਰ ਹੈ ਕਿ ਮੇਰੇ ਬਰਾਬਰ ਹੋਰ ਦੂਜਾ ਕੋਈ ਨਹੀਂ। ਇਸ ਪ੍ਰਕਾਰ ਵਿਚਾਰਤ ਚਿਤ ਮਹਿ, ਇਸ ਤਰ੍ਹਾਂ ਮਹਾਦੇਵ ਜੀ ਨੇ ਆਪਣੇ ਚਿੱਤ ਵਿੱਚ ਵਿਚਾਰ ਕੀਤੀ ਹੈ। ਗਇਓ ਸਦਨ ਮਹਿ ਸਦਾ ਆਨੰਦ, ਤੇ ਜੋ ਸਦਾ ਜਿਨ੍ਹਾਂ ਦਾ ਹਿਰਦਾ ਆਨੰਦਮਈ ਹੈ, ਆਪਣੇ ਘਰ ਨੂੰ ਗਏ ਹਨ। ਨਿਜ ਘਰ ਤੈ ਪੁਨ ਮਹਾਦੇਵ ਚਲ, ਫਿਰ ਬਾਬਾ ਮਹਾਦੇਵ ਜੀ ਆਪਣੇ ਘਰੋਂ ਚੱਲੇ ਨੇ। ਸ੍ਰੀ ਅਰਜਨ ਕੇ ਪਹੁੰਚਿਓ ਤੀਰ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰੇ ਆਏ ਹਨ। ਦੇਖ ਵਿਸਾਲ ਭਰਾਤ ਕੋ ਤਤ ਛਿਨ, ਵੱਡੇ ਭਰਾ ਨੂੰ ਦੇਖ ਕੇ ਛੇਤੀ ਦੇ ਨਾਲ ਖਰੇ ਭਏ ਸਨਮਾਨ ਗਹੀਰ। ਗੁਣਾਂ ਦੇ ਸਾਗਰ ਗੁਰੂ ਅਰਜਨ ਦੇਵ ਸਾਹਿਬ ਜੀ ਜਦੋਂ ਦੇਖਿਆ ਵੱਡਾ ਭਰਾ ਮਹਾਦੇਵ ਆਇਆ ਹੈ, ਸਤਿਗੁਰੂ ਜੀ ਸਨਮਾਨ ਵਜੋਂ ਉੱਠੇ ਨੇ। ਇਹੋ ਸਤਕਾਰ ਸਤਿਗੁਰੂ ਪ੍ਰਿਥੀ ਚੰਦ ਦਾ ਵੀ ਕਰਦੇ, ਪਰ ਇਹਨੂੰ ਇਹ ਸਤਕਾਰ ਜਿਹੜਾ ਪਾਇਆ ਨਾ, ਤੇ ਅੱਗੋਂ ਕਹਿੰਦਾ ਸੀ ਕਿ ਡਰਦਿਆਂ ਹੀ ਝੁਕਦੇ ਨੇ ਕਿਤੇ ਮੇਰੇ ਤੋਂ ਗੱਦੀ ਨਾ ਲੈ ਲੈਣ। ਇਸ ਲਈ ਪਰ ਗੁਰੂ ਸਾਹਿਬ ਸਰਲ ਸੁਭਾਅ ਵਾਲੇ, ਸਰਲ ਹਿਰਦੇ ਵਾਲੇ, ਜਿਨ੍ਹਾਂ ਦਾ ਹਿਰਦਾ ਸਦਾ ਹੀ ਵੈਰ ਤੋਂ ਰਹਿਤ ਹੈ, ਜਦੋਂ ਮਹਾਦੇਵ ਚੱਲ ਕੇ ਸਤਿਗੁਰਾਂ ਦੇ ਕੋਲ ਆਇਆ, ਮਹਾਦੇਵ ਦਾ ਅਦਬ ਰੱਖਣ ਲਈ ਸਤਿਗੁਰੂ ਜੀ ਨੇ ਉੱਠ ਕੇ ਸਨਮਾਨ ਕੀਤਾ ਹੈ। ਬੰਦਨ ਅਦਬ ਜੁਤਕ ਜੁਗਤ ਬਿਰਦ ਮਿਲ ਕੇ ਮਿਲੇ, ਹਾਂ, ਦੋਨੋਂ ਤਰਫ ਜਿਹੜੀਆਂ ਉਹ ਨਮਸਕਾਰਾਂ ਹੋਈਆਂ ਨੇ। ਬੰਦਨ ਕਰਕੇ ਆਪਸ ਮਾਹੀ, ਆਪਸ ਵਿੱਚ ਬੰਦਨਾ ਕੀਤੀ ਹੈ। ਬੈਠੇ ਦੋਨੋਂ ਮਹਿਦ ਸੁਧੀਰ, ਧੀਰਜ ਦੇ ਸਹਿਤ, ਆਨੰਦ ਦੇ ਸਹਿਤ ਦੋਨੋਂ ਬੈਠ ਗਏ ਨੇ। ਸਰਲ ਮ੍ਰਿਦੁਲ ਰਿਦ ਅਦਬ ਜੁਗਤ ਜਬਦ, ਹਾਂ, ਸਰਲ ਸਿੱਧਾ ਹਿਰਦਾ ਜਿਨ੍ਹਾਂ ਦਾ ਮਿਠਾਸ ਦੇ ਸਹਿਤ ਹੈ। ਮਿਲੇ ਪ੍ਰਮੋਦਤ ਪਿਖ ਦੁਐ ਵੀਰ, ਹਾਂ, ਦੋਨੋਂ ਤਰਫ ਸਰਲ ਹਿਰਦੇ ਵਾਲੇ ਇੱਕ ਦੂਜੇ ਨੂੰ ਦੇਖ ਕੇ ਪ੍ਰਸੰਨ ਹੋਏ ਹਨ। ਗੋਦ ਪ੍ਰਮੋਦਤ ਸ੍ਰੀ ਹਰਗੋਬਿੰਦ, ਸ਼੍ਰੀ ਹਰਗੋਬਿੰਦ ਸਾਹਿਬ ਆਨੰਦ ਦੇ ਸਹਿਤ ਹਨ। ਰਖਿਆ ਸ਼ਬਦ ਬਨਾਵਤ ਹੀਰ, ਉਸ ਸਮੇਂ ਗੁਰੂ ਅਰਜਨ ਦੇਵ ਸਾਹਿਬ ਜੀ ਰੱਖਿਆ ਦੇ ਸ਼ਬਦ ਬਣਾ ਰਹੇ ਸਨ। ਜਿਹੜੇ ਸ਼ਬਦ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਪੜ੍ਹਦੇ ਹਾਂ, ਵੱਡੀ ਆਰਜਾ ਹਰ ਗੋਬਿੰਦ ਕੀ, ਇਹ ਐਸੇ ਪਾਵਨ ਸ਼ਬਦ ਜਿਹੜੇ ਹਨ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪੰਚਮ ਸਤਿਗੁਰਾਂ ਦੇ ਉਚਾਰਨ ਕੀਤੇ ਦਰਜ ਨੇ। ਉਸ ਸਮੇਂ ਸਤਿਗੁਰੂ ਜੀ ਇਹ ਪਾਵਨ ਸ਼ਬਦ ਪੜ੍ਹ ਰਹੇ ਸਨ, ਰੱਖਿਆ ਦੇ ਸ਼ਬਦ ਉਚਾਰ ਰਹੇ ਹਨ। ਸ੍ਰੀ ਸਤਿਗੁਰ ਅਰ ਸ੍ਰੀ ਪਰਮੇਸ਼ਵਰ, ਸ਼੍ਰੋਮਣੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਅਤੇ ਪਰਮੇਸ਼ਰ ਅਕਾਲ ਪੁਰਖ, ਇਨਕੋ ਜਸ ਜਿਨ ਬਖਿਆ ਬਡੇਰਾ, ਤੇ ਇਹਨਾਂ ਦਾ ਜਸ ਬਹੁਤ ਵੱਡਾ ਕੀਤਾ ਹੈ। ਭਏ ਦਾਸ ਰਖਵਾਰੇ ਆਏ ਸੋ, ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਨੇ ਆਪਣੇ ਸੇਵਕ ਦਾਸ ਦੀ ਰੱਖਿਆ ਕੀਤੀ ਹੈ। ਹਾਥ ਦੇ ਰਾਖੇ ਬਹੁ ਬੇਰ, ਹੱਥ ਦੇ ਕੇ ਬਹੁਤ ਵਾਰ ਆਪਣੇ ਜਾਣ ਕੇ ਰੱਖਿਆ ਹੈ। ਮਾਤ ਪਿਤਾ ਜਿਮ ਸੁਤ ਕੋ ਰਾਖੈ, ਜਿਸ ਤਰ੍ਹਾਂ ਮਾਂ-ਬਾਪ ਆਪਣੇ ਪੁੱਤਰ ਦੀ, ਬੱਚੇ ਦੀ ਰੱਖਿਆ ਕਰਦੇ ਨੇ। ਅਸ਼ਟ ਜਾਮ ਚਿਤਵਤ ਫਿਰ ਫੇਰ, ਅੱਠੇ ਪਹਿਰ ਆਪਣੇ ਪੁੱਤਰ ਦੀ, ਬੱਚੇ ਦੀ ਪਾਲਣਾ ਕਰਦੇ ਹਨ। ਇਤਿਆਦਿਕ ਤਿਨ ਵਿਖੈ ਅਰਥ ਰਖ, ਐਸੇ ਜਿਹੜੇ ਅਰਥ ਸਨ ਪਾਵਨ ਸ਼ਬਦ ਵਿੱਚ ਰੱਖੇ ਹਨ। ਕੀ ਨਸ ਆਪਣੇ ਬਿਨਾ ਬਖਾਨ, ਆਪਣੀ ਬੇਨਤੀ ਜਿਹੜੀ ਸੀ ਉਹ ਸ਼ਬਦਾਂ ਵਿੱਚ ਬਿਆਨ ਕੀਤੀ ਹੈ। ਇਸ ਪ੍ਰਕਾਰ ਕੇ ਸ਼ਬਦ ਬਨਾਏ, ਐਸੇ ਸ਼ਬਦ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਣਾਏ ਹਨ। ਜਿਨ ਮਹਿ ਪ੍ਰੇਮ ਪ੍ਰਵਾਹ ਮਹਾਨ, ਜਿਨ੍ਹਾਂ ਪਾਵਨ ਸ਼ਬਦਾਂ ਵਿੱਚ ਪ੍ਰੇਮ ਦਾ ਮਹਾਨ ਪ੍ਰਵਾਹ ਹੈ। ਸ੍ਰੀ ਗ੍ਰੰਥ ਸਾਹਿਬ ਕੇ ਵਿੱਚ ਲਿਖੋ, ਉਹ ਪਾਵਨ ਸ਼ਬਦ ਲਿਖ ਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਵੀ ਕੀਤੇ ਨੇ। ਰਾਖੇ ਸਿੱਖਨ ਹਿਤ ਕਲਿਆਣ, ਇਹ ਪਾਵਨ ਸ਼ਬਦ ਸਿੱਖਾਂ ਦੀ ਕਲਿਆਣ ਵਾਸਤੇ ਰੱਖੇ ਨੇ। ਸੰਗਤ ਜੀ, ਗੁਰੂ ਹਰਗੋਬਿੰਦ ਸਾਹਿਬ ਦੀ ਰੱਖਿਆ ਹੋਈ ਤੇ ਗੁਰੂ ਨਾਨਕ ਸਾਹਿਬ ਤੇ ਅਕਾਲ ਪੁਰਖ ਵਾਹਿਗੁਰੂ ਨੇ ਕੀਤੀ ਹੈ। ਐਸੇ ਪਾਵਨ ਸ਼ਬਦ ਸ਼ੁਕਰਾਨੇ ਦੇ ਤੇ ਰੱਖਿਆ ਦੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਚਾਰਨ ਕੀਤੇ। ਉਹ ਪਾਵਨ ਸ਼ਬਦ ਲਿਖ ਕੇ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਕੀਤੇ। ਇਹ ਉਹ ਖਜ਼ਾਨਾ ਹੈ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਜਿਸ ਤਰ੍ਹਾਂ ਮਾਤਾ ਪਿਤਾ ਕੋਈ ਕਮਾਈ ਕਰਦੇ ਨੇ, ਉਹ ਕਮਾਈ ਫਿਰ ਸੰਭਾਲ ਕੇ ਆਪਣੇ ਬੱਚਿਆਂ ਲਈ ਰੱਖਦੇ ਨੇ। ਤੇ ਫਿਰ ਕਈ ਵਾਰੀ ਸੁੱਤੇ ਸਿੱਧ ਬੱਚੇ ਨੂੰ ਬਹੁਤਾ ਖਜ਼ਾਨਾ ਮਿਲ ਜਾਵੇ ਤੇ ਕੋਈ ਇਹ ਕਵੇ ਕਿ ਇਹਨੇ ਤੇ ਕਮਾਈ ਕੀਤੀ ਨਹੀਂ ਸੀ, ਇੰਨਾ ਕੁਝ ਕਿੱਦਾਂ ਮਿਲ ਗਿਆ।
ਪਰ ਸਿਆਣੇ ਜਾਣਦੇ ਨੇ ਕਿ ਇਹਨਾਂ ਦੇ ਮਾਂ-ਬਾਪ ਨੇ ਕਮਾਈਆਂ ਬਹੁਤ ਕੀਤੀਆਂ ਤੇ ਬੱਚਿਆਂ ਲਈ ਰੱਖੀਆਂ ਨੇ। ਇਸ ਲਈ ਇਹ ਜਿੰਨੇ ਖਜ਼ਾਨੇ ਨੇ ਨਾ, ਗੁਰੂ ਸਾਹਿਬ ਜੀ ਨੇ ਥਾਲ ਵਿੱਚ ਤੈਨੂੰ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁਧਾਰੋ। ਗੁਰੂ ਗ੍ਰੰਥ ਸਾਹਿਬ ਜੀ ਥਾਲ ਨੇ, ਇਸ ਥਾਲ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਪਕਵਾਨ ਜਿਹੜੇ ਨੇ ਪਰੋਸ ਕੇ ਉਹ ਸਾਡੀ ਕਲਿਆਣ ਵਾਸਤੇ ਸਤਿਗੁਰਾਂ ਨੇ ਰੱਖੇ ਹਨ। ਜਾਹਰ ਅਰਥ ਜਿਨੋ ਕਹੋ ਭਾਸੈ, ਜਿਨ੍ਹਾਂ ਨੂੰ ਪ੍ਰਗਟ ਹੀ ਅਰਥ ਇਸ ਦੇ ਸਮਝ ਆਏ ਹਨ, ਲੋਕ ਪ੍ਰਲੋਕ ਵਿਖੈ ਸੁਖਦਾਨ, ਉਹ ਫਿਰ ਲੋਕ ਅਤੇ ਪਰਲੋਕ ਵਿੱਚ ਸੁਖੀ ਹੋਏ ਨੇ। ਕੌਣ ਸੁਖੀ ਹੋਏ ਨੇ ਜੀ? ਜਿਨ੍ਹਾਂ ਨੇ ਇਸ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਜਿਹੜੇ ਨੇ ਨਾ, ਉਹਨਾਂ ਨੂੰ ਗਾਇਨ ਕੀਤਾ, ਉਹਨਾਂ ਸ਼ਬਦਾਂ ਦੇ ਅਰਥ ਨੂੰ ਸਮਝਿਆ। ਅਰਥ ਸਮਝਣ ਤੋਂ ਭਾਵ ਇਹ ਨਹੀਂ ਹੁੰਦਾ ਕਿ ਸਮਝ ਕੇ ਇਕੱਲੀ ਕਥਾ ਕੀਤੀ ਤੇ ਘਰ ਨੂੰ ਚਲੇ ਗਏ। ਅਰਥ ਸਮਝਣ ਤੋਂ ਭਾਵ ਹੁੰਦਾ ਹੈ ਕਿ ਇਹਨਾਂ ਸ਼ਬਦਾਂ ਨੂੰ ਪੜ੍ਹ ਕੇ ਜੋ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਉਹਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲਿਆ। ਕਿਆ ਗੁਰ ਕਹੈ ਕਰੈ ਹਮ ਕਹਾਂ, ਕਿ ਗੁਰੂ ਸਾਹਿਬ ਸਾਨੂੰ ਉਪਦੇਸ਼ ਕੀ ਦੇ ਰਹੇ ਨੇ, ਅਸੀਂ ਜੀਵਨ ਵਿੱਚ ਕਮਾ ਕੀ ਰਹੇ ਹਾਂ। ਸਨੈ ਸਨੈ ਮਨ ਮੋਰੋ ਮਹਾ, ਹੌਲੀ ਹੌਲੀ ਆਪਣਾ ਮਨ ਗੁਰੂ ਦੀ ਸਿੱਖਿਆ ਵੱਲ ਲਿਆਣਾ, ਇਹ ਹੁੰਦਾ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਨਾ। ਫਿਰ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਪਾਵਨ ਸ਼ਬਦਾਂ ਦੀ ਕਮਾਈ ਕੀਤੀ, ਉਹ ਉਹਨਾਂ ਦਾ ਲੋਕ ਅਤੇ ਪਰਲੋਕ ਦੋਵਾਂ ਥਾਵਾਂ ਤੇ ਉਹਨਾਂ ਨੇ ਸੁਖ ਮਾਣਿਆ ਹੈ। ਜਿ ਸਿੱਖਣ ਸੋ ਮਹਿਮਾ ਪ੍ਰਭ ਕੀ, ਆਪਣੇ ਸਿੱਖਾਂ ਨੂੰ ਅਕਾਲ ਪੁਰਖ ਦੀ ਮਹਿਮਾ ਕਰਤ ਸੁਨਾਵਨ ਪ੍ਰੇਮ ਵਿਸਾਲ, ਬਹੁਤੇ ਪ੍ਰੇਮ ਦੇ ਨਾਲ ਸਤਿਗੁਰੂ ਜੀ ਸੁਣਾ ਰਹੇ ਨੇ। ਸੰਗਤ ਜੀ, ਗੁਰਬਾਣੀ ਉਚਾਰਨ ਕਰਨ ਦੇ ਭਾਈ ਵੀਰ ਸਿੰਘ ਜੀ ਨੇ ਲਿਖੇ ਨੇ, ਤਿੰਨ ਸੋਮਿਆਂ ਰਾਹੀਂ ਬਾਣੀ ਪ੍ਰਗਟ ਹੋਈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਵਿੱਚ ਜੁੜਦੇ, ਭਾਈ ਮਰਦਾਨਾ ਜੀ ਨੂੰ ਕਹਿੰਦੇ ਰਬਾਬ ਵਜਾ ਕਾਈ ਸਿਫਤ ਕਰਤਾਰ ਦੀ ਕਰੀ, ਇਹ ਪਹਿਲਾ ਸੋਮਾ। ਫਿਰ ਗੁਰੂ ਸਾਹਿਬ ਦੇ ਪਾਸ ਚੱਲ ਕੇ ਸਿੱਖ ਸੰਗਤਾਂ ਆਉਂਦੀਆਂ, ਉਹਨਾਂ ਦੇ ਕਲਿਆਣ ਹਿੱਤ ਜਿਹੜੇ ਸਤਿਗੁਰੂ ਜੀ ਸ਼ਬਦ ਉਚਾਰਦੇ, ਇਹ ਦੂਸਰਾ। ਅਤੇ ਤੀਸਰਾ, ਜਿਹੜੇ ਕਈ ਤਰ੍ਹਾਂ ਦੇ ਲੋਕ ਜਿਹੜੇ ਸਨ ਤਰਕ ਵਾਲੇ ਆਉਂਦੇ, ਉਹਨਾਂ ਨੂੰ ਫਿਰ ਸਤਿਗੁਰੂ ਜੀ ਉੱਤਰ ਦੇ ਕੇ ਤੇ ਉਹਨਾਂ ਨੂੰ ਸਿੱਖਿਆ ਦਿੰਦੇ, ਇਹ ਫਿਰ ਤੀਸਰਾ ਸੀ। ਇਸੇ ਤਰ੍ਹਾਂ ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ, ਕਿਸੇ ਦੇ ਪਰਥਾਏ ਪਾਵਨ ਸ਼ਬਦ ਉਚਾਰਦੇ, ਪਰ ਉਪਦੇਸ਼ ਸਾਰੀ ਮਨੁੱਖਤਾ ਵਾਸਤੇ ਸਾਂਝਾ ਹੁੰਦਾ ਹੈ ਗੁਰੂ ਦਾ। ਇਸ ਲਈ ਗੁਰੂ ਸਾਹਿਬ ਜੀ ਸਿੱਖ ਸੰਗਤ ਅੰਮ੍ਰਿਤਸਰ ਦੀ ਪਾਵਨ ਧਰਤੀ ਹੈ, ਇੱਥੇ ਸਤਿਗੁਰੂ ਜੀ ਬਿਰਾਜਮਾਨ ਹਨ ਤੇ ਸਿੱਖਾਂ ਦੀ ਕਲਿਆਣ ਵਾਸਤੇ ਸਤਿਗੁਰੂ ਜੀ ਨੇ ਪਾਵਨ ਸ਼ਬਦ ਉਚਾਰੇ। ਫਿਰ ਨਿਜ ਸਿੱਖਨ ਸੋ ਮਹਿਮਾ ਪ੍ਰਭ ਕੀ, ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਪਿਆਰ ਦੇ ਨਾਲ ਅਕਾਲ ਪੁਰਖ ਦੀ ਮਹਿਮਾ ਕਰਤ ਸੁਨਾਵਨ ਪ੍ਰੇਮ ਵਿਸ਼ਾਲ, ਬੜੇ ਪ੍ਰੇਮ ਦੇ ਨਾਲ ਸਤਿਗੁਰੂ ਜੀ ਅਕਾਲ ਪੁਰਖ ਦੀ ਮਹਿਮਾ ਸੁਣਾਉਂਦੇ। ਇੱਥੇ ਸੰਗਤ ਜੀ ਬਾਹਰ ਸਥਾਨ ਹੈ ਮੰਜੀ ਸਾਹਿਬ ਦਾ, ਇੱਥੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਬਿਰਾਜਮਾਨ ਹੁੰਦੇ, ਆਈਆਂ ਸੰਗਤਾਂ ਦੇ ਤਾਈਂ ਉਪਦੇਸ਼ ਦਿੰਦੇ। 12 ਮਾਹ ਵੀ ਸਤਿਗੁਰੂ ਜੀ ਨੇ ਇਸੇ ਪਾਵਨ ਸਥਾਨ ਤੇ ਉਚਾਰਨ ਕੀਤਾ ਹੈ। ਇਉਂ ਸਿੱਖ ਸੰਗਤਾਂ ਜਿਹੜੀਆਂ ਆਈਆਂ, ਉਹਨਾਂ ਦੇ ਤਾਈਂ ਅਕਾਲ ਪੁਰਖ ਪ੍ਰਭੂ ਦੀ ਮਹਿਮਾ ਉਹਨਾਂ ਦੇ ਤਾਈਂ ਸੁਣਾਉਂਦੇ ਹਨ। ਪਾਠ ਪਠੈ ਰਚਿਆ ਜੇ ਚਾਹੇ, ਸਤਿਗੁਰੂ ਜੀ ਕਹਿੰਦੇ ਸਿੱਖੋ, ਜੇ ਰੱਖਿਆ ਚਾਹੁੰਦੇ ਹੋ ਨਾ ਤੇ ਫਿਰ ਬਾਣੀ ਦਾ ਪੱਲਾ ਫੜੋ, ਹੋਰਾਂ ਦੀ ਆਸ ਟੇਕ ਇੱਕ ਪਾਸੇ ਰੱਖੋ, ਕਿਉਂਕਿ ਗੁਰੂ ਰਾਮਦਾਸ ਪਿਤਾ ਜੀ ਨੇ ਸਿੱਖਿਆ ਹੀ ਇਹ ਦਿੱਤੀ ਹੈ ਨਾ, ਕਿਸੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ, ਕਿਸੀ ਧੜਾ ਕੀਆ ਕੁੜਮ ਸਕੈ ਨਾਲ ਜਵਾਈ, ਕਿਸੀ ਤਰ੍ਹਾਂ ਚੌਧਰੀ ਆਪਣੇ ਨਾਲ ਸੁਆਈ, ਹਮਾਰਾ ਧੜਾ ਹਰ ਸਿਉ ਰਿਹਾ ਸਮਾਈ। ਮਹਾਰਾਜ ਕਹਿੰਦੇ ਕਿਸੇ ਨੂੰ ਕਿਸੇ ਤੇ ਮਾਣ, ਸਾਕ ਸੰਬੰਧੀਆਂ ਤੇ, ਕਈਆਂ ਨੂੰ ਚੌਧਰੀਆਂ ਤੇ ਮਾਣ, ਕਈਆਂ ਨੂੰ ਸਰਕਾਰੀ ਅਫਸਰਾਂ ਤੇ ਮਾਣ, ਪਰ ਸਾਡਾ ਆਸਰਾ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਇਹੋ ਉਪਦੇਸ਼ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਿੱਖ ਸੰਗਤਾਂ ਨੂੰ ਦਿੱਤਾ। ਪਾਠ ਪਟੈ ਰੱਛਾ ਜੇ ਚਾਹੈ, ਜੇ ਆਪਣੀ ਰੱਖਿਆ ਚਾਹੁੰਦੇ ਹੋ ਨਾ ਤੇ ਫਿਰ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜੇ ਚਾਹੁੰਦੇ ਹੋ ਤੁਹਾਡੇ ਸਾਰੇ ਕਾਰਜ ਰਾਸ ਹੋਣ ਤੇ ਫਿਰ ਬਾਣੀ ਦਾ ਪਾਠ ਪੜਿਆ ਕਰੋ, ਬਾਣੀ ਦਾ ਪੱਲਾ ਫੜੋ, ਇੱਕ ਅਕਾਲ ਪੁਰਖ ਦੀ ਟੇਕ ਲਓ। ਹੋਏ ਸਹਾਏ ਦਿਆਲ ਤਤਕਾਲ, ਦਇਆ ਦਾ ਕਰ ਤਤਕਾਲ, ਤਤ ਨਾਮ ਹੈ ਤਾੜੀ ਦਾ, ਤਾੜੀ ਮਾਰਨ ਜਿੰਨਾ ਸਮਾਂ, ਇੰਨੇ ਸਮੇਂ ਵਿੱਚ ਅਕਾਲ ਪੁਰਖ ਵਾਹਿਗੁਰੂ ਸਹਾਇਤਾ ਲਈ ਆ ਜਾਂਦੇ। ਜੇ ਕਿਸੇ ਤੇ ਮਾਣ ਰੱਖ ਕੇ ਬੈਠੇ ਆ, ਉਹਨੇ ਤੇ ਸਹਾਇਤਾ ਕਰਨ ਵਾਸਤੇ ਆਉਂਦੇ ਆ, ਕਈ ਵਾਰੀ ਸਮਾਂ ਲਾਉਣਾ ਹੈ, ਕਈ ਵਾਰੀ ਐਸੇ ਇਲਾਕੇ ਵਿੱਚ ਵੀ ਬੈਠੇ ਆ ਕਿ ਜਿੱਥੇ ਕੋਈ ਪਹੁੰਚ ਹੀ ਨਹੀਂ ਸਕਦਾ। ਫਿਰ ਮਹਾਰਾਜ ਕਹਿੰਦੇ ਕਿਉਂ ਨਹੀਂ ਅਕਾਲ ਪੁਰਖ ਦਾ ਪੱਲਾ ਫੜਦੇ, ਜਿਹੜਾ ਹਰ ਥਾਂ ਦੇ ਉੱਤੇ ਉਹ ਪਰਮਾਤਮਾ ਦੀ ਜੋਤ ਹਾਜ਼ਰ ਹੈ। ਦਇਆ
ਸਤਿਗੁਰਾਂ ਨੇ ਸ਼ਬਦ ਲਿਖੇ, ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਵੀ ਕੀਤੇ ਨੇ। ਇੰਨੇ ਚਿਰ ਵਿੱਚ ਬਾਬਾ ਮਹਾਦੇਵ ਜੀ ਉੱਥੇ ਆ ਗਏ। ਸੁਧ ਕੇ ਲੀਨ ਕੁਸ਼ਲ ਹਿਤ ਨਾਲ, ਸੋ ਜਿਹੜੀ ਖਬਰ ਲੈਣ ਵਾਸਤੇ ਸੁਖ ਸ਼ਾਂਤੀ ਦੀ ਸ੍ਰੀ ਹਰਗੋਬਿੰਦ ਕੋ ਕਰ ਦਰਸ਼ਨ, ਆ ਕੇ ਸ੍ਰੀ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ ਨੇ। ਮਨ ਮਾਨਿਓ ਹਮ ਭਏ ਨਿਹਾਲ, ਮਨ ਵਿੱਚ ਇਹ ਜਾਣਿਆ ਕਿ ਮੈਂ ਨਿਹਾਲ ਹੋਇਆ ਹਾਂ। ਇੱਕ ਬਾਬੇ ਮਹਾਦੇਵ ਦੀ ਬਿਰਤੀ ਹੈ, ਜਿਹੜੇ ਜਾਣਦੇ ਨੇ ਕਿ ਇਹ ਗੱਦੀ ਦੇ ਉੱਤੇ ਸੋਢ ਘਰਾਣੇ ਵਿੱਚੋਂ, ਇਸ ਵੰਸ਼ ਵਿੱਚੋਂ ਗੁਰੂ ਅਰਜਨ ਦੇਵ ਸਾਹਿਬ ਦੇ ਪੁੱਤਰ ਨਹੀਂ ਬੈਠਣਾ ਹੈ, ਤੇ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਵਾਰਿਸ ਜਾਣ ਕੇ ਬਾਬਾ ਮਹਾਦੇਵ ਨਾਲੇ ਤੇ ਨਮਸਕਾਰ ਕਰਦੇ ਨੇ, ਨਾਲੇ ਮਨ ਵਿੱਚ ਸੋਚਦੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਮੈਂ ਨਿਹਾਲ ਹੋ ਗਿਆ। ਤੇ ਦੂਜੇ ਪਾਸੇ ਪ੍ਰਿਥੀ ਚੰਦ ਦੀ ਬਿਰਤੀ ਹੈ, ਜਿਹਨੇ ਕਈ ਯਤਨ ਕੀਤੇ ਮੈਂ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਖਤਮ ਕਰਦਾ। ਬਾਬਾ ਮਹਾਦੇਵ ਆਏ, ਸ਼੍ਰੀ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਮਨ ਵਿੱਚ ਨਿਹਾਲ ਹੋਏ ਹਨ। ਸ੍ਰੀ ਗੁਰੂ ਰਾਮਦਾਸ ਕੁਲ ਪ੍ਰਾਚੀ, ਜਾਣਦੇ ਨੇ ਗੁਰੂ ਰਾਮਦਾਸ ਜੀ ਦੀ ਕੁਲ ਪੂਰਬ ਦੀ ਦਿਸ਼ਾ ਵਰਗੀ ਹੈ। ਉਦਿਤ ਚੰਦ ਮਨਿੰਦ ਆਨੰਦ, ਤੇ ਆਨੰਦਮਈ ਚੰਦਰਮਾ ਦੀ ਤਰ੍ਹਾਂ ਇਹਦੇ ਵਿੱਚੋਂ ਪ੍ਰਗਟ ਹੋਏ ਹਨ। ਉਜਲ ਦੀਪ ਹੈ ਜਾਮਨੀ ਸਿੱਖੀ, ਤੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਚੰਦਰਮਾ ਦੀ ਤਰ੍ਹਾਂ ਪ੍ਰਗਟ ਹੋਏ ਨੇ। ਉਜਲ ਦਿਪੈ ਜਾਮਨੀ ਸਿੱਖੀ, ਤੇ ਜਿਹੜੀ ਸਿੱਖੀ ਰੂਪੀ ਰਾਤ ਹੈ ਉਹ ਨਿਰਮਲ ਸਿੱਖੀ ਰੂਪੀ ਰਾਤ ਪ੍ਰਗਟ ਹੋ ਰਹੀ ਹੈ। ਗਿਆਨਵਾਨ ਸਿੱਖ ਜੁਤ ਉਠ ਬ੍ਰਿੰਦ, ਜਿਹੜੇ ਗਿਆਨਵਾਨ ਸਿੱਖਾਂ ਨੂੰ ਤਾਰਿਆਂ ਦੀ ਤਰ੍ਹਾਂ ਹਨ। ਸੰਗਤ ਦੇਸ਼ ਵਿਦੇਸ਼ਨ ਕੀ ਗਨ, ਦੇਸ਼ਾਂ ਵਿਦੇਸ਼ਾਂ ਤੋਂ ਜਿਹੜੀਆਂ ਸੰਗਤਾਂ ਆ ਰਹੀਆਂ ਨੇ। ਕਾਨਨ ਕੈਰਵ ਕੋ ਬਿਖਸੰਦ, ਕੈਰਵ ਹੁੰਦੇ ਨੇ ਰਾਤ ਨੂੰ ਖੇਡਣ ਵਾਲੀਆਂ ਕਵੀਆਂ, ਤੇ ਕਵੀਆਂ ਦੀ ਜਿਹੜੀ ਕਾਨਨ ਵਾਣ ਹੈ ਕੋ ਬਿਖਸੰਦ, ਉਹਨੂੰ ਖਿਡਾਉਣ ਵਾਲੇ ਹਨ। ਦੁਸ਼ਟ ਪ੍ਰਫੁੱਲਤ ਹੋਏ ਜਿਤ ਕਿਤ ਜੋ, ਜਿੱਥੇ ਕਿਤੇ ਜਿਹੜੇ ਦੁਸ਼ਟ ਹਨ ਪ੍ਰਫੁੱਲਤ ਹੋਏ ਹਨ। ਜੋ ਮੁਰਝਾਵੈ ਮੁਖ ਮੰਦ ਅਰਬਿੰਦ, ਉਹਨਾਂ ਦੇ ਮੁਖ ਕਮਲ ਦੀ ਤਰ੍ਹਾਂ ਵਿੱਚ ਗਏ ਨੇ। ਇਹ ਕਵੀ ਜੀ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਹੈ ਚੰਦਰਮਾ ਦਾ। ਵੈਸੇ ਬਹੁਤੀ ਜਗ੍ਹਾ ਦ੍ਰਿਸ਼ਟਾਂਤ ਸੂਰਜ ਦੇ ਆਏ ਨੇ, ਪਰ ਕਵੀ ਜੀ ਦੀ ਕਲਮ ਹੈ, ਧਨਤਾ ਦੇ ਯੋਗ ਹੈ। ਇੱਥੇ ਪੂਰਬ ਦੀ ਦਿਸ਼ਾ ਜਿਹੜੀ ਹੈ ਉਹ ਗੁਰੂ ਰਾਮਦਾਸ ਜੀ ਦੀ ਕੁਲ ਹੈ, ਤੇ ਇਸ ਕੁਲ ਵਿੱਚੋਂ ਚੰਦਰਮਾ ਦੀ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਪ੍ਰਗਟ ਹੋਏ ਨੇ। ਤੇ ਜਦੋਂ ਚੰਦਰਮਾ ਚੜ੍ਹਦਾ ਹੈ, ਰਾਤ ਦੇ ਸਮੇਂ ਆਉਂਦਾ ਹੈ ਨਾ, ਤੇ ਕਹਿੰਦੇ ਨੇ ਜਿਹੜੀ ਸਿੱਖੀ ਹੈ ਉਹ ਰਾਤ ਦੀ ਤਰ੍ਹਾਂ ਪ੍ਰਗਟ ਹੋ ਰਹੀ ਹੈ, ਕਿਉਂਕਿ ਚੰਦਰਮਾ ਦੀ ਚਾਨਣੀ ਵਿੱਚ ਰਾਤ ਵੀ ਸ਼ੋਭਦੀ ਹੈ। ਜਿਹੜੀ ਰਾਤ ਵਿੱਚ ਚੰਦਰਮਾ ਨਾ ਦਿਸੇ ਉਹ ਰਾਤ ਇੰਨੀ ਸ਼ੋਭਨੀਕ ਨਹੀਂ ਹੁੰਦੀ। ਰਾਤ ਉਹ ਸੋਹਣੀ ਲੱਗਦੀ ਹੈ ਜਿਹਦੇ ਵਿੱਚ ਚੰਦਰਮਾ ਦੀ ਚਾਨਣੀ ਹੋਵੇ। ਕਹਿੰਦੇ ਗੁਰੂ ਰਾਮਦਾਸ ਜੀ ਦੀ ਕੁਲ ਪੂਰਬ ਦੀ ਦਿਸ਼ਾ, ਜਿੱਥੋਂ ਚੰਦਰਮਾ ਦਿਸਦਾ ਹੈ, ਤੇ ਗੁਰੂ ਹਰਗੋਬਿੰਦ ਸਾਹਿਬ ਪ੍ਰਗਟ ਹੋਏ ਚੰਦਰਮਾ ਦੀ ਤਰ੍ਹਾਂ। ਜਿਹੜੀ ਸਿੱਖੀ ਹੈ ਇਹ ਰਾਤ ਦੀ ਤਰ੍ਹਾਂ ਬੜੀ ਸ਼ੋਭਾ ਪਾ ਰਹੀ ਹੈ। ਤੇ ਫਿਰ ਗਿਆਨਵਾਨ ਸਿੱਖ ਜੁਤ ਉੱਡ ਬ੍ਰਿੰਦ, ਜਿਹੜੇ ਸਿੱਖ ਨੇ ਉਹ ਤਾਰਿਆਂ ਦੀ ਤਰ੍ਹਾਂ ਚਮਕ ਰਹੇ ਨੇ। ਫਿਰ ਸੰਗਤ ਦੇਸ਼ ਵਿਦੇਸ਼ਨ ਕੀ ਗਨ, ਜਿਹੜੀਆਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆ ਰਹੀਆਂ। ਜਦੋਂ ਚੰਦਰਮਾ ਚੜ੍ਹਦਾ ਹੈ ਨਾ, ਤੇ ਇੱਕ ਹੁੰਦਾ ਕਮਲ, ਉਹ ਖਿੜਦਾ ਜਦੋਂ ਸੂਰਜ ਚੜ੍ਹੇ। ਇੱਕ ਹੁੰਦੀਆਂ ਕਵੀਆਂ, ਜਦੋਂ ਰਾਤਰੀ ਆਉਂਦੀ ਹੈ ਚੰਦਰਮਾ ਨੂੰ ਦੇਖ ਕੇ ਉਹ ਕਵੀਆਂ ਖਿੜਦੀਆਂ ਨੇ। ਕਵੀ ਜੀ ਕਹਿੰਦੇ ਨੇ ਜਿਹੜੀਆਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆ ਰਹੀਆਂ ਨਾ, ਉਹ ਕਵੀਆਂ ਦੀ ਤਰ੍ਹਾਂ ਜਿਹੜੀਆਂ ਹਨ, ਕਵੀਆਂ ਦਾ ਵਣ ਹਨ ਮਾਨੋ, ਤੇ ਖਿੜ ਰਹੀਆਂ ਨੇ। ਤੇ ਫਿਰ ਪ੍ਰਫੁੱਲਤ ਹੋਏ ਜਿਤ ਕਿਤ ਜੋ ਮੁਰਝਾਵੇਂ, ਜਿਹੜੇ ਦੁਸ਼ਟ ਲੋਕ ਖਿੜੇ ਹੋਏ ਨਾ ਕਮਲ ਦੀ ਤਰ੍ਹਾਂ, ਉਹਨਾਂ ਦੇ ਮੁਖ ਜਿਹੜੇ ਨੇ ਮੁਰਝਾ ਗਏ। ਜਦੋਂ ਚੰਦਰਮਾ ਚੜ੍ਹਦਾ ਤੇ ਕਮਲ ਮੁਰਝਾ ਜਾਂਦਾ ਹੈ। ਜਿਮ ਕਛਪ ਘਰ ਸੂਰਜ ਜਨਮਿਓ, ਹੁਣ ਦੂਸਰੇ ਸਵਈਏ ਦੇ ਵਿੱਚ ਕਵੀ ਜੀ ਨੇ ਸੂਰਜ ਦਾ ਦ੍ਰਿਸ਼ਟਾਂਤ ਦਿੱਤਾ ਹੈ, ਪਹਿਲਾਂ ਚੰਦਰਮਾ ਦਾ, ਹੁਣ ਸੂਰਜ ਦਾ ਦ੍ਰਿਸ਼ਟਾਂਤ ਦੇ ਕੇ ਕਹਿੰਦੇ ਜਿਸ ਤਰ੍ਹਾਂ ਕਛਪ ਰਿਖੀ ਦੇ ਘਰ ਸੂਰਜ ਨੇ ਜਨਮ ਲਿਆ ਸੀ, ਸ੍ਰੀ ਅਰਜਨ ਕੇ ਹਰਗੋਬਿੰਦ, ਇਸ ਤਰ੍ਹਾਂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਘਰ ਸ਼੍ਰੀ ਹਰਗੋਬਿੰਦ ਜੀ ਜਨਮੇ ਹਨ। ਨਿਸ਼ਾ ਵਿਦਿਆ ਨਾਸ਼ਨ ਕੀ ਨਸ, ਹੁਣ ਸੂਰਜ ਚੜ੍ਹਦਾ ਹੈ ਤੇ ਰਾਤ ਨਾਸ਼ ਹੋ ਜਾਂਦੀ, ਦੂਰ ਹੋ ਜਾਂਦੀ ਹੈ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਸੂਰਜ ਦੀ ਤਰ੍ਹਾਂ ਪ੍ਰਗਟ ਹੋਏ ਨੇ। ਅਵਿਦਿਆ, ਅਵਿਦਿਆ ਕਹਿੰਦੇ ਨੇ ਅਗਿਆਨਤਾ ਨੂੰ, ਅਗਿਆਨਤਾ ਦੀ ਜਿਹੜੀ ਰਾਤਰੀ ਆ ਉਹ ਨਾਸ਼ ਹੋਈ ਹੈ। ਅੰਧ ਅਲੂਕ ਜੇ ਨਿੰਦਕ ਨਿੰਦੋ, ਸੂਰਜ ਚੜ੍ਹਨ ਦੇ ਨਾਲ ਉੱਲੂ ਜਿਹੜੇ ਨੇ ਉਹ ਅੰਨੇ ਹੋ ਜਾਂਦੇ ਨੇ, ਤੇ ਇਸ ਤਰ੍ਹਾਂ ਜਿਹੜੇ ਨਿੰਦਕ ਲੋਕ ਨੇ ਉੱਲੂ ਦੀ ਤਰ੍ਹਾਂ ਅੰਨੇ ਹੋ ਗਏ ਹਨ। ਸੰਤ ਅਨੰਤ ਕਮਲ ਬਿਕਸੰਤਾ, ਜਿਹੜੇ ਸੰਤ ਨੇ ਕਮਲ ਰੂਪੀ ਸੰਤ ਉਹ ਖਿੜ ਗਏ ਹਨ। ਚਪੇ ਚੋਰ ਦਰੋਹੀ ਦੁਖ ਬ੍ਰਿੰਦ, ਜਿਹੜੇ ਦਰੋਹੀ ਸਨ, ਦੁਖੀ ਸਨ, ਚੋਰ ਸਨ, ਉਹ ਬਹੁਤ ਜ਼ਿਆਦਾ ਲੱਜਤ ਹੋਏ ਹਨ। ਹਾਂਜੀ, ਪੜ੍ਹੋ ਪੰਕਤੀ।
ਤੁਰਕ ਸੰਤ ਆਨੰਦ ਕਮਲ ਬਿਕਸੰਤ ਤੁਰਕ ਤੇਜ ਤਮ ਪਤ ਕੋ ਤਾੜਤ। ਤੁਰਕਾਂ ਦਾ ਜਿਹੜਾ ਤੇਜ ਹੈ ਉਹਨਾਂ ਦੇ ਪ੍ਰਕਾਸ਼ ਨੂੰ ਘਟਾਉਣ ਵਾਲੇ ਹਨ ਗੁਰੂ ਹਰਗੋਬਿੰਦ ਸਾਹਿਬ ਜੀ। ਤਿਸ ਕ੍ਰਿਤ ਧਾਰਨ ਬੀਰਨ ਦੁੰਦ। ਜਿਹੜੇ ਤੁਰਕਾਂ ਦੇ ਸੂਰਮੇ ਹਨ ਉਹਨਾਂ ਦਾ ਤਿਰਸਕਾਰ ਕਰਨ ਵਾਲੇ ਨੇ। ਸੂਰਜ ਦਾ ਦ੍ਰਿਸ਼ਟਾਂਤ ਲਿਆ, ਜਿਸ ਤਰ੍ਹਾਂ ਕਛਪ ਦੇ ਘਰ ਸੂਰਜ ਜਨਮਿਆ, ਇਹ ਕੇਵਲ ਇਕੰਗੀ ਦ੍ਰਿਸ਼ਟਾਂਤ ਮੰਨੀਦਾ ਹੈ। ਗੁਰੂ ਅਰਜਨ ਦੇਵ ਸਾਹਿਬ ਦੇ ਘਰ ਗੁਰੂ ਹਰਗੋਬਿੰਦ ਸਾਹਿਬ ਜੀ ਸੂਰਜ ਦੀ ਤਰ੍ਹਾਂ ਪ੍ਰਕਾਸ਼ ਹੋਏ। ਹੁਣ ਸੂਰਜ ਚੜ੍ਹਦਾ ਹੈ, ਰਾਤਰੀ ਖਤਮ ਹੋ ਜਾਂਦੀ ਹੈ, ਉੱਲੂ ਅੰਨੇ ਹੁੰਦੇ ਨੇ। ਇਸੇ ਤਰ੍ਹਾਂ ਅਵਿਦਿਆ ਰੂਪੀ ਜਿਹੜੀ ਰਾਤਰੀ ਸੀ, ਅਗਿਆਨਤਾ ਰੂਪੀ ਰਾਤਰੀ ਉਹ ਨਾਸ਼ ਹੋਈ। ਨਿੰਦਕ ਰੂਪ ਜਿਹੜੇ ਉੱਲੂ ਸਨ ਉਹ ਅੰਨੇ ਹੋ ਗਏ। ਜਦੋਂ ਸੂਰਜ ਚੜ੍ਹਦਾ ਤੇ ਕਮਲ ਖਿੜ ਜਾਂਦਾ ਹੈ। ਸੰਤ ਹਨ ਕਮਲ ਦੇ ਫੁੱਲ ਦੀ ਤਰ੍ਹਾਂ, ਉਹ ਖਿੜੇ ਹਨ। ਚੋਰ ਅਤੇ ਦਰੋਹੀ ਜਿਹੜੇ ਨੇ ਉਹ ਬਹੁਤ ਦੁਖੀ ਹੋਏ, ਲੱਜਤ ਹੋਏ ਨੇ, ਕਿਉਂਕਿ ਸੂਰਜ ਚੜ੍ਹਨ 'ਤੇ ਚੋਰਾਂ ਦਾ ਵਸ ਨਹੀਂ ਚੱਲਦਾ। ਤੇ ਇਸ ਤਰ੍ਹਾਂ ਤੁਰਕ ਤੇਜ ਤਮ ਪਤ ਕੋ ਤਾੜ। ਤੁਰਕਾਂ ਦਾ ਜਿਹੜਾ ਤੇਜ ਹੈ ਉਹ ਤਮ ਪਤ, ਕਹਿੰਦੇ ਜਦੋਂ ਸੂਰਜ ਚੜ੍ਹਦਾ ਹੈ ਤੇ ਚੰਦਰਮਾ ਦਾ ਤਿਰਸਕਾਰ ਹੁੰਦਾ ਹੈ, ਕਿਉਂਕਿ ਉਹ ਦਿਸਦਾ ਨਹੀਂ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਪ੍ਰਗਟ ਹੋਏ ਤੇ ਤੁਰਕਾਂ ਦਾ ਪ੍ਰਕਾਸ਼ ਜਿਹੜਾ ਸੀ ਉਹ ਚੰਦਰਮਾ ਦੀ ਤਰ੍ਹਾਂ ਘਟਿਆ ਹੈ। ਤੇ ਇਸੇ ਪ੍ਰਕਾਰ ਤਿਰਸਕ੍ਰਿਤ ਤਾਰਨ ਬੀਰਨ ਦੁੰਦ, ਜਿਹੜੀ ਤੁਰਕਾਂ ਦੀ ਫੌਜ ਸੀ ਉਹ ਤਾਰਿਆਂ ਦੀ ਤਰ੍ਹਾਂ ਉਹਨਾਂ ਦਾ ਤਿਰਸਕਾਰ ਹੋਇਆ ਹੈ। ਇਮ ਅਨੁਮਾਨਤ ਮਹਾਦੇਵ ਮਨ। ਇਸ ਤਰ੍ਹਾਂ ਬਾਬਾ ਮਹਾਦੇਵ ਨੇ ਮਨ ਵਿੱਚ ਅਨੁਮਾਨ ਲਾਇਆ ਹੈ। ਪ੍ਰੇਮ ਕਰੇ ਬੋਲੀ ਨਿਉ ਸੰਗ। ਹਾਂ, ਸ਼੍ਰੀ ਹਰਗੋਬਿੰਦ ਸਾਹਿਬ ਨੂੰ ਆਪਣੀ ਗੋਦ ਵਿੱਚ ਲਿਆ ਤੇ ਬੜਾ ਪਿਆਰ ਕੀਤਾ ਏ। ਮੋਹਿ ਸੁਨਾਵੋ ਦ੍ਰੋਹੇ ਦੁਸ਼ਟ ਕੋ। ਪੁੱਛਦੇ ਨੇ ਸਤਿਗੁਰਾਂ ਨੂੰ ਕਿ ਮੈਨੂੰ ਦੱਸੋ ਜਿਹੜੇ ਦੁਖੀ ਦੁਸ਼ਟ ਹਨ। ਧਰੋਹ ਕੀਨ ਜਿਮ ਮਿਲ ਦਿਜ ਸੰਗ। ਜਿਸ ਤਰ੍ਹਾਂ ਉਹਨਾਂ ਨੇ ਬ੍ਰਾਹਮਣ ਨਾਲ ਮਿਲ ਕੇ, ਪ੍ਰਿਥੀ ਚੰਦ ਨੇ ਬ੍ਰਾਹਮਣ ਨਾਲ ਮਿਲ ਕੇ ਬੜਾ ਵੱਡਾ ਧੋਖਾ ਕੀਤਾ ਹੈ। ਰਖਿਅਕ ਪਰ ਬ੍ਰਹਮ ਗੁਰੂ ਨਾਨਕ। ਗੁਰੂ ਨਾਨਕ ਸਾਹਿਬ ਤੇ ਅਕਾਲ ਪੁਰਖ ਨੇ ਰੱਖਿਆ ਕੀਤੀ ਹੈ। ਕਿਮ ਸਹਾਇ ਕੀਨ ਸਮ੍ਰਿਧ ਅੰਗ। ਕਿਸ ਤਰ੍ਹਾਂ ਕੋਮਲ ਬਾਲਕ ਦੇ ਅੰਗਾਂ ਦੀ ਸਹਾਇਤਾ ਕੀਤੀ ਹੈ। ਪ੍ਰਿਥਕ ਕਰਿਓ ਕਿਮ ਜਨਨੀ ਦਾਸਣ। ਕਿਸ ਤਰ੍ਹਾਂ ਮਾਂ ਦੇ ਕੋਲੋਂ, ਦਾਸਾਂ ਕੋਲੋਂ ਇਸ ਬਾਲ ਨੂੰ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਵੱਖਰਾ ਕਰ ਲਿਆ। ਤਿਆਗ ਸਰਬ ਹੀ ਭਏ ਨਿਸੰਗ। ਸਾਰੇ ਕਿਸ ਤਰ੍ਹਾਂ ਬਾਲ ਨੂੰ ਛੱਡ ਕੇ ਤੇ ਬੇਫਿਕਰ ਹੋ ਗਏ ਸੀ। ਸ੍ਰੀ ਅਰਜਨ ਕਹਿ ਦਿਜ ਇਹ ਬੈਠਿਓ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ, ਮਹਾਦੇਵ ਜੀ ਆ ਬ੍ਰਾਹਮਣ ਕੋਲ ਹੀ ਬੈਠਾ ਹੈ, ਇਸ ਕੋ ਬੂਝ ਲਿਹੋ ਸਭ ਬਾਤ। ਇਹਨੂੰ ਸਾਰੀ ਗੱਲਬਾਤ ਤੁਸੀਂ ਆਪ ਹੀ ਪੁੱਛ ਲਓ, ਕਿਉਂਕਿ ਸਤਿਗੁਰੂ ਦਾ ਬਿਰਧ ਹੈ ਨਾ, ਜਿਹੜਾ ਸ਼ਰਨ ਆ ਗਿਆ ਉਹਨੂੰ ਮਹਾਰਾਜ ਨੇ ਚਰਨਾਂ 'ਚ ਥਾਂ ਵੀ ਦੇ ਦਿੱਤਾ। ਇਹਨੇ ਆਪਣੀ ਭੁੱਲ ਬਖਸ਼ਾਈ, ਕਿਹਾ ਸੀ ਕਿ ਮੈਂ ਆਪਣੇ ਆਪ ਨਹੀਂ, ਮੇਰੇ ਕੋਲੋਂ ਇਹ ਪਾਪ ਕਰਾਇਆ ਤੇ ਕਰਾਇਆ ਤੁਹਾਡੇ ਭਰਾ ਪ੍ਰਿਥੀ ਚੰਦ ਨੇ। ਹੁਣ ਗੁਰੂ ਸਾਹਿਬ ਦੇ ਕੋਲ ਬੈਠਾ ਸੀ ਬ੍ਰਾਹਮਣ। ਸਤਿਗੁਰੂ ਮਹਾਦੇਵ ਨੂੰ ਕਹਿੰਦੇ ਤੁਹਾਡੇ ਕੋਲ ਹੀ ਬੈਠਾ ਹੈ, ਇਹਨੂੰ ਪੁੱਛ ਲਓ। ਇਹ ਕਾਕੇ ਸਭ ਹਿਨ ਤੇ ਕੀ ਨਸੋ। ਇਹਨੇ ਆਪਣੇ ਹੱਥਾਂ ਨਾਲ ਸਾਰਾ ਕੰਮ ਕੀਤਾ ਹੈ। ਉਪਰਲੇ ਗਮਨਿਓ ਦੁਖ ਖਵਾਤ। ਇਹ ਆ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਉੱਪਰ ਲੈ ਕੇ ਗਿਆ ਸੀ। ਸਹਿਜ ਸੁਭਾਇਕ ਰਹੇ ਸਕਲ ਨਰ। ਇਹਨੇ ਉੱਪਰ ਲੈ ਕੇ ਗਿਆ ਤੇ ਦੱਧ ਖਵਾਤ, ਜਾ ਕੇ ਦਹੀਂ ਖਵਾਉਣ ਦਾ ਯਤਨ ਕੀਤਾ। ਸਹਿਜ ਸੁਭਾ ਸਾਰੇ ਜਿਹੜੇ ਸਨ ਉਹ ਇਧਰ ਸਨ। ਲਖਿਓ ਨਾ ਕਿਨਹੂ ਇਹ ਬਿਰਤਾਂਤ। ਤੇ ਸਾਰੇ ਇੱਥੇ ਸੀ, ਕਿਸੇ ਨੇ ਵੀ ਇਹਦਾ ਬਿਰਤਾਂਤ ਸਮਝਿਆ ਨਾ। ਰੋਦਤ ਊਚ ਪੁਕਾਰਤ ਜਬ ਹੂੰ। ਸ਼੍ਰੀ ਹਰਗੋਬਿੰਦ ਸਾਹਿਬ ਜਦੋਂ ਉੱਚੀ ਰੋਣ ਲੱਗੇ ਜਾਂ ਉੱਚੀ ਆਵਾਜ਼ ਦਿੱਤੀ ਹੈ, ਅਨਵਾਇਓ ਹਮਨੇ ਤਿਸ ਭਾਂਤ। ਫਿਰ ਅਸੀਂ ਆਵਾਜ਼ ਦੇ ਕੇ ਸੇਵਕ ਨੂੰ ਕਹਿ ਕੇ ਆਪਣੇ ਕੋਲ ਬੁਲਵਾਇਆ। ਦਧੀ ਖੁਲਾਏ ਰਹੇ ਨਹ ਖਾਈ। ਆਪਣੇ ਹੱਥੀਂ ਵੀ ਦਹੀਂ ਖਵਾਇਆ ਪਰ ਇਹਨਾਂ ਨੇ ਖਾਧਾ ਨਾ। ਕੂਕਰ ਖਾਈ ਮਰਿਓ ਤੁਰੰਤ। ਕੂਕਰ ਨੇ, ਕੁੱਤੇ ਨੇ ਖਾਧਾ ਤੇ ਤੁਰੰਤ ਮਰ ਗਿਆ। ਮਹਾਦੇਵ ਸੋ ਦਿਜਨੇ ਭਾਖੀ। ਮਹਾਦੇਵ ਸੋ ਦਿਜ ਨੇ ਭਾਖੀ। ਮਹਾਦੇਵ ਜੀ ਉਸ ਬ੍ਰਾਹਮਣ ਨੂੰ ਕਹਿਣ ਲੱਗੇ, ਡੂਬਤ ਪ੍ਰਥਿਆ ਪਾਪ ਕਰੰਤ। ਉਹ ਬ੍ਰਾਹਮਣ ਮਹਾਦੇਵ ਜੀ ਨੂੰ ਕਹਿੰਦਾ ਕਿ ਡੂਬਤ ਪ੍ਰਥਿਆ, ਪ੍ਰਿਥੀ ਚੰਦ ਤਾਂ ਪਾਪ ਦੀ ਨਦੀ ਵਿੱਚ ਡੁੱਬ ਰਿਹਾ ਸੀ। ਮੁਝ ਕੋ ਭੀਗਾ ਲਗਿਓ ਡੁਬਾਵਣ। ਮੈਨੂੰ ਵੀ ਫੜ ਕੇ ਉਸ ਪਾਪ ਦੀ ਨਦੀ ਵਿੱਚ ਡੁੱਬਣ ਲੱਗਾ ਸੀ। ਆਪਣੇ ਸੰਗ ਅਧਿਕ ਅਗਵੰਤ। ਤੇ ਆਪਣੇ ਨਾਲ ਵੱਡਾ ਪਾਪੀ। ਕਰਾਮਾਤ ਸਾਹਿਬ ਗੁਰਨੰਦਨ। ਪਰ ਗੁਰੂ ਸਾਹਿਬ ਦੇ ਪੁੱਤਰ ਸ਼੍ਰੀ ਹਰਗੋਬਿੰਦ ਸਾਹਿਬ ਕਰਾਮਾਤੀ ਹਨ। ਅੰਤਰਜਾਮੀ ਸਰਬ ਲਖੰਤ। ਇਹ ਅੰਤਰਜਾਮੀ ਨੇ ਨਾ ਸਾਰਾ ਕੁਝ ਜਾਣ ਲਿਆ। ਪਾਪ ਜਾਣ ਕੇ ਅਚਿਉ ਨ ਮੁਖ ਮੈਂ। ਇਹ ਪਾਪ ਜਾਣ ਕੇ ਇਹ ਬ੍ਰਾਹਮਣ ਪਾਪ ਕਰਨ ਲੱਗਾ ਹੈ, ਇਹ ਜਾਣ ਕੇ
ਕਿ ਦਹੀਂ ਵਿੱਚ ਜ਼ਹਿਰ ਹੈ ਤੇ ਨਹੀਂ ਖਾਦਾ। ਮੈਂ ਬਚ ਰਹੇ ਉਸ ਨਰਕ ਪਰੰਤ ਬਸ ਮੈਂ ਨਰਕਾਂ ਤੋਂ ਪੈਣ ਤੋਂ ਬਚ ਗਿਆ ਹਾਂ। ਅਦਮ ਉਦਾਹਰਨ ਬਿਰਧ ਸੰਭਾਰਿਓ। ਸਤਿਗੁਰੂ ਜੀ ਨੀਚਾਂ ਨੂੰ ਵੀ ਤਾਰਨ ਵਾਲੇ ਨੇ, ਇਹਨਾਂ ਨੇ ਆਪਣਾ ਬਿਰਧ ਸੰਭਾਲਿਆ। ਬਖਸ਼ਿਓ ਕਿਰਪਾ ਕਰੇ ਭਗਵੰਤ। ਭਗਵੰਤ ਕਾਲ ਪੁਰਖ ਦੇ ਸਰੂਪ ਨੇ ਮੇਰੇ ਤੇ ਕਿਰਪਾ ਕੀਤੀ, ਮੈਨੂੰ ਬਚਾ ਲਿਆ। ਕੌਣ ਕੌਣ ਗੁਣ ਇਨਕੇ ਉਚਰਿਓ। ਕਿਹੜੇ ਕਿਹੜੇ ਗੁਣ ਇਹਨਾਂ ਦੇ ਮੈਂ ਕਹਿ ਕੇ ਦੱਸਾਂ। ਜਾਣੇ ਪਰੈ ਅਵੈ ਅਗਵੰਤ। ਸ਼੍ਰੀ ਹਰਗੋਬਿੰਦ ਸਾਹਿਬ ਜੀ ਬਾਲ ਅਵਸਥਾ ਵਿੱਚ ਹੀ ਲੱਗਦੇ ਨੇ ਪਾਪਾਂ ਨੂੰ ਨਾਸ਼ ਕਰਨ ਵਾਲੇ। ਮਹਾਪੁਰਖ ਅਵਤਾਰ ਜੋ ਪੂਰਨ। ਜੋ ਮਹਾਪੁਰਖ ਪੂਰਨ ਅਵਤਾਰ ਹਨ। ਕਾਜ ਕਰਨ ਹਿਤ ਨਰ ਧਨਵੰਤ। ਤੇ ਕਾਜ ਕਰਨ ਹਿਤ ਨਰ ਧਨਵੰਤ। ਇਹ ਮਨੁੱਖਾਂ ਦਾ ਉਧਾਰ ਵਾਸਤੇ, ਇਹ ਸਾਰੇ ਕੰਮ ਕਰਨ ਵਾਸਤੇ ਇਹਨਾਂ ਨੇ ਮਨੁੱਖਾ ਸਰੀਰ ਧਾਰਿਆ। ਅਕਾਲ ਪੁਰਖ ਵਾਹਿਗੁਰੂ ਦਾ ਇਹ ਸਰੂਪ ਹਨ। ਮਹਾਦੇਵ ਬਿਸਮੇ ਮਹਾਦੇਵ ਪੁਨ ਭਾਖੀ। ਇਹ ਗੱਲ ਸੁਣ ਕੇ ਬਾਬਾ ਮਹਾਦੇਵ ਹੈਰਾਨ ਹੋਏ ਤੇ ਕਹਿਣ ਲੱਗੇ, ਮੈਂ ਸਮਝਾਏ ਰਹਿਓ ਅਬ ਜਾਏ। ਮੈਂ ਬਹੁਤ ਪ੍ਰਿਥੀ ਚੰਦ ਨੂੰ ਜਾ ਕੇ ਸਮਝਾਇਆ। ਅਗ ਦੀਰਘ ਨੈ ਤਿਸੈ ਦਬਾਇਓ। ਵੱਡੇ ਪਾਪ ਨੇ ਪ੍ਰਿਥੀ ਚੰਦ ਨੂੰ ਦਬਾਇਆ ਹੈ। ਸੁਣ ਸ਼ੁਭ ਬਾਤ ਨਹੀਂ ਮਨ ਲਿਆਏ। ਪਰ ਮੇਰੀ ਗੱਲ ਸੁਣ ਕੇ ਵੀ ਚੰਗੀ ਗੱਲ, ਚੰਗੀ ਮਤ ਨਹੀਂ ਧਾਰਦਾ। ਦਿੱਲੀ ਗਮਨੈ ਤੁਰ ਕੇ ਅਗਾਰੇ। ਹੁਣ ਦਿੱਲੀ ਗਿਆ ਹੈ, ਤੁਰਕਾਂ ਦੇ ਅੱਗੇ ਜਾ ਕੇ ਨਿਵੇਗਾ। ਦੀਨ ਹੋਏ ਗੋਬਿਨੈ ਅਲਾਏ। ਉਹਨਾਂ ਅੱਗੇ ਜਾ ਕੇ ਤੁਰਕਾਂ ਦੇ ਕੋਲ ਦੀਨ ਹੋ ਕੇ ਬੇਨਤੀਆਂ ਕਰੇਗਾ। ਮਰੇ ਬੜੀਆਂ ਕੇ ਪਗ ਪਰਤੇ। ਹਮਰੇ ਵੱਡਿਆਂ ਕੇ ਪਗ ਪਰਤੇ। ਉਹ ਤੁਰਕ ਜਿਹੜੇ ਸਨ, ਵੱਡੇ ਵੱਡੇ ਬਾਦਸ਼ਾਹ, ਵੱਡੇ ਸਤਿਗੁਰਾਂ ਦੇ ਚਰਨੀ ਆ ਕੇ ਪੈਂਦੇ ਸਨ। ਅਸ ਵਡਿਆਈ ਲਖੇ ਨ ਕਾਏ। ਪਰ ਐਸੀ ਵਡਿਆਈ ਪ੍ਰਿਥੀ ਚੰਦ ਨਹੀਂ ਸਮਝੇਗਾ। ਸਮਝਣੀ ਚਾਹੀਦੀ ਹੈ ਕਿ ਅਸੀਂ ਕਿੰਨਾ ਪੁਰਖਾਂ ਦੇ, ਕਿੰਨਾ ਵੱਡਿਆਂ ਦੀ ਕੁਲ ਵਿੱਚੋਂ ਹਾਂ, ਕਿੰਨਾਂ ਦੀ ਬੰਸ ਵਿੱਚੋਂ ਹਾਂ, ਜਿਨ੍ਹਾਂ ਦੇ ਚਰਨਾਂ ਵਿੱਚ ਆ ਕੇ ਵੱਡੇ ਵੱਡੇ ਤਖਤ ਵੀ ਝੁਕੇ ਹਨ। ਤੇ ਫਿਰ ਉਸ ਤਖਤ ਦੇ ਅੱਗੇ ਝੁਕਣ ਦੀ ਬਜਾਏ ਝੂਠੇ ਤਖਤਾਂ ਦਾ ਸਹਾਰਾ ਲਈਏ, ਝੂਠੇ ਤਖਤਾਂ ਅੱਗੇ ਜਾ ਕੇ ਝੁਕ ਜਾਈਏ। ਬਾਬਾ ਮਹਾਦੇਵ ਕਹਿੰਦੇ ਨੇ ਕਿ ਹੁਣ ਉੱਥੇ ਜਾਵੇਗਾ, ਵੱਡਿਆਂ ਦੀ ਵਡਿਆਈ ਭੁੱਲੇਗਾ, ਉਹਨਾਂ ਅੱਗੇ ਜਾ ਕੇ ਨਿਵੇਗਾ ਤੇ ਉਹਨਾਂ ਨੂੰ ਜਾ ਕੇ ਨਮਸਕਾਰਾਂ ਕਰੇਗਾ। ਬੜੋ ਬੈਸ ਮੈਂ ਅਲਪ ਬੁੱਧ ਜਿਸ। ਵੱਡੋ ਬੈਸ ਮੈਂ ਅਲਪ ਬੁੱਧ ਜਿਸ। ਉਮਰ ਤਾਂ ਵੱਡੀ ਹੈ ਪਰ ਅਕਲ ਜਿਹੜੀ ਉਸ ਦੀ ਬੜੀ ਛੋਟੀ ਹੈ। ਪਾਪ ਬਾਦ ਬਿਨ ਬੋਲਤ ਨਾਹੀ। ਪਾਪ ਬਿਨਾ ਝਗੜੇ ਤੋਂ ਬਿਨਾ ਕੋਈ ਗੱਲ ਹੀ ਨਹੀਂ ਕਰਦਾ। ਕਪਟ ਲਪਟ ਘਟ ਦਪਟ ਦਰੋਹ ਨਿਤ। ਉਸ ਦੀ ਬੁੱਧੀ ਜਿਹੜੀ ਹੈ, ਹਿਰਦਾ ਜਿਹੜਾ ਕਪਟ ਦੇ ਨਾਲ ਭਰਿਆ ਹੈ, ਨਿਤਾ ਪ੍ਰਤੀ ਧੋਖੇ ਕਰਨ ਵਾਲਾ ਹੈ। ਮਤ ਸਰ ਪਾਵਕ ਨਹਿ ਜਰ ਜਾਹੇ। ਤ੍ਰਿਸ਼ਨਾ ਦੀ ਅੱਗ ਵਿੱਚ ਸਦਾ ਸੜਿਆ ਹੈ। ਕੁਟਲ ਬੜੋ ਨਹਿ ਸਮਝੇ ਕੈਸੇ। ਵੱਡਾ ਕਪਟੀ ਹੈ, ਕਿਸੇ ਤਰ੍ਹਾਂ ਨਹੀਂ ਸਮਝਦਾ। ਇਤਨੇ ਔਗਣ ਹੋਏ ਜਿਸ ਮਾਹੇ। ਜਿਸ ਦੇ ਵਿੱਚ ਇੰਨੇ ਜ਼ਿਆਦੇ ਔਗਣ ਹੋਣ। ਮਾਨੁ ਕੀ ਗਿਣਤੀ ਕਿਆ ਕਹਿ ਕਹੋ ਹੈ। ਹਾਂ, ਮਨੁੱਖ ਦੀ ਗਿਣਤੀ ਕੀ ਕਹੀਏ। ਬ੍ਰਹਮਾ ਸਕੈ ਨ ਤੇ ਸਮਝਾਹੇ। ਬ੍ਰਹਮਾ ਵੀ ਉੱਤਰ ਕੇ ਇਸ ਨੂੰ ਨਹੀਂ ਸਮਝਾ ਸਕਦਾ। ਸ੍ਰੀ ਅਰਜਨ ਕਹਿ ਸੁਨੋ ਭਰਾਤ ਜੀ। ਗੁਰੂ ਅਰਜਨ ਦੇਵ ਸਾਹਿਬ ਜੀ ਸੁਣ ਕੇ ਕਹਿੰਦੇ ਨੇ, ਭਰਾ ਮਹਾਦੇਵ ਜੀ ਸੁਣੋ। ਨਾਹਕ ਹਮ ਸੋ ਠਨ ਹੈ ਦ્વੈਸ਼। ਫਜ਼ੂਲ ਵਿੱਚ ਹੀ ਸਾਡੇ ਨਾਲ ਈਰਖਾ ਕਰ ਰਿਹਾ ਹੈ। ਤਦਬ ਕਰੇ ਤੋਂ ਹਮ ਸੋ ਕਰ ਹੈ। ਤਾਂ ਚਲੋ ਸਾਡੇ ਨਾਲ ਕਰਦਾ ਹੈ ਤੇ ਕਰੀ ਜਾਵੇ। ਬਾਲਕ ਸਿਓ ਕੈ ਕਪਟ ਵਿਸ਼ੇਸ਼। ਪਰ ਬਾਲਕ ਦੇ ਨਾਲ, ਸ਼੍ਰੀ ਹਰਗੋਬਿੰਦ ਸਾਹਿਬ ਨਾਲ ਵੱਡੀ ਈਰਖਾ ਰੱਖਦਾ ਹੈ। ਹਰਸ ਮੁਖ ਤੇ ਲੱਜਿਤ ਹੋਏ ਕਰ। ਮੂੰਹ ਕਾਲਾ ਕਰਾਇਆ, ਬੜਾ ਸ਼ਰਮਿੰਦਾ ਹੋਇਆ ਹੈ। ਰਹਿ ਨਾ ਸਕੈ ਕਹਿ ਅਜਸ ਅਸ਼ੇਸ਼। ਤੇ ਨਿੰਦਿਆ ਕਰਨ ਤੋਂ ਨਹੀਂ ਰਹਿੰਦਾ। ਆਪਣੀ ਖੁਸ਼ੀ ਜਾਤਪੁਰ ਤਜ ਕੈ। ਆਪਣੀ ਖੁਸ਼ੀ ਨਾਲ ਹੀ ਨਗਰ ਛੱਡ ਕੇ ਜਾ ਰਿਹਾ ਹੈ। ਹਮਨੇ ਬੁਰਾ ਕਹਿਓ ਤਸਲੇਸ਼। ਅਸੀਂ ਤਾਂ ਥੋੜਾ ਜਿਹਾ ਵੀ ਇਹਨੂੰ ਕੁਝ ਬੁਰਾ ਨਹੀਂ ਕਿਹਾ। ਇਤਿਆਦਿਕ ਕੁਛ ਅਪਰਬਾਰਤਾ। ਇਸ ਤਰ੍ਹਾਂ ਸਤਿਗੁਰੂ ਜੀ ਦੀ ਆਪਸ ਵਿੱਚ ਵਾਰਤਾ ਹੋਈ ਹੈ। ਕਰ ਕੈ ਮਹਾਦੇਵ ਗ੍ਰਹਿ ਆਏ। ਮਹਾਦੇਵ ਜੀ ਉੱਠ ਕੇ ਆਪਣੇ ਘਰ ਨੂੰ ਆ ਗਏ। ਹਰ ਗੋਬਿੰਦ ਨਿਜ ਆਨੰਦਕ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸਤਿਗੁਰੂ ਜੀ ਦੇ ਸੁਪੁੱਤਰ ਦੇ ਸੁਖ ਵਾਸਤੇ ਗਰੀਬਾਂ ਨੂੰ ਦਾਨ ਦਿੰਦੇ ਨੇ। ਜਾਣਤ ਨਿਉ ਜਨਮ ਇਨ ਪਾਏ। ਜਾਣਦੇ ਨੇ ਕਿ ਇਹਨਾਂ ਦਾ ਨਵਾਂ ਜਨਮ ਹੋਇਆ ਹੈ। ਰੰਗਨ ਤੇ ਆਸ਼ਿਕ ਗਨ ਲੀਨਸ। ਗਰੀਬਾਂ ਤੋਂ ਬਹੁਤੀਆਂ ਅਸੀਸਾਂ ਲੈਂਦੇ ਨੇ। ਅਧਿਕ ਸੁਦਾ ਤੇ ਮਾਧੁਰਤਾਏ। ਇਹ ਅਸੀਸਾਂ ਅੰਮ੍ਰਿਤ ਤੋਂ ਵੀ ਮਿੱਠੀਆਂ ਹਨ। ਸਰਬ ਗੁਰਨ ਹਿਤ ਕੀਨ ਤਿਹਾਵਲ। ਸਾਰੇ ਗੁਰੂ ਸਾਹਿਬਾਨਾਂ ਲਈ ਤਿਹਾਵਲ ਕੜਾ ਪ੍ਰਸ਼ਾਦੀ ਦੇਗ ਕੀਤੀ ਹੈ। ਸ੍ਰੀ ਅਰਜਨ ਜੀ ਧਰ ਕਰ ਪਾਸ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੇ ਕੋਲ ਰੱਖੀ ਹੈ। ਭਏ
ਸਹਾਇਕ ਆਨੰਦਾਸ ਕੇ ਹਾਂ ਤੁਸੀਂ ਸਾਰੇ ਸਤਿਗੁਰੂ ਦਾਸ ਜਾਣ ਕੇ ਸਹਾਇਕ ਹੋਏ ਹੋ। ਕਰਵਾਵਤ ਪੇ ਤਬ ਅਰਦਾਸ ਉਸ ਵੇਲੇ ਅਰਦਾਸ ਸਾਰੇ ਗੁਰੂ ਸਾਹਿਬਾਨਾਂ ਦੇ ਚਰਨਾਂ 'ਚ ਕਰਾਈ ਹੈ। ਸੰਗਤ ਸਗਰੀ ਕਰੇ ਹਕਾਰਣਾ ਸਾਰੀ ਸੰਗਤ ਫਿਰ ਕੋਲ ਬੁਲਾ ਲਈ। ਵਰਤਾਇਓ ਤਿਨ ਮੈਂ ਸੁਖਰਾਸ ਸੁੱਖਾਂ ਦੀ ਖਾਣ ਸਤਿਗੁਰਾਂ ਨੇ ਸਾਰਿਆਂ ਵਿੱਚੋਂ ਪ੍ਰਸ਼ਾਦ ਵਰਤਾਇਆ। ਜੈ ਜੈਕਾਰ ਉਚਾਰਨ ਕਰਤੇ ਜੈ ਜੈਕਾਰ ਸਾਰੇ ਉਚਾਰਦੇ ਹਨ। ਮਹਿਮਾ ਮਹਾ ਸੋ ਪ੍ਰੇਮ ਪ੍ਰਕਾਸ਼ ਸਤਿਗੁਰਾਂ ਦੀ ਮਹਾਨ ਮਹਿਮਾ ਨੂੰ ਪ੍ਰਕਾਸ਼ ਕਰਦੇ ਹਨ। ਦੋਹਰਾ ਇਸ ਪ੍ਰਕਾਰ ਉਤਸ਼ਾਹ ਕੋ ਇਸ ਤਰ੍ਹਾਂ ਵੱਡਾ ਉਤਸ਼ਾਹ ਹੋਇਆ ਹੈ ਸਿੱਖ ਸੰਗਤ ਗੁਰ ਧਾਮ ਗੁਰੂ ਘਰ ਵਿੱਚ ਸਿੱਖ ਸੰਗਤਾਂ ਦਾ। ਸ਼ਬਦ ਕੀਰਤਨ ਹੋਤ ਹੈ ਸ਼ਬਦ ਕੀਰਤਨ ਹੁੰਦਾ ਹੈ। ਸਿਮਰਤ ਸਭ ਸਤਨਾਮ ਸਾਰੇ ਸਤਨਾਮ ਦਾ ਜਾਪ ਕਰਦੇ ਹਨ। ਧੰਨ ਧੰਨ ਗੁਰ ਕੋ ਕਹੈ ਸਾਰੀ ਸੰਗਤ ਸਤਿਗੁਰਾਂ ਨੂੰ ਧੰਨ ਧੰਨ ਕਹਿੰਦੀ ਹੈ। ਜਹ ਕਹਿ ਕਰਹਿ ਸਹਾਈ ਜਿੱਥੇ ਕਿਤੇ ਸਤਿਗੁਰੂ ਸਿੱਖਾਂ ਦੇ ਸਹਾਈ ਹੁੰਦੇ ਨੇ। ਅੰਗ ਸੰਗ ਨਿਜ ਦਾਸ ਕੇ ਆਪਣੇ ਦਾਸ ਸੇਵਕ ਜਾਣ ਕੇ ਸਤਿਗੁਰੂ ਅੰਗ ਸੰਗ ਰਹਿੰਦੇ ਨੇ। ਵਿਗਨ ਛੋਹਣ ਨਹਿ ਪਾਏ ਜਿਹੜਾ ਗੁਰਦੇਵ ਦਾ ਬਾਣੀ ਦਾ ਆਸਰਾ ਤੱਕਦਾ ਹੈ ਉਹਨੂੰ ਵਿਗਨ ਨਹੀਂ ਛੋ ਸਕਦੇ। ਇੱਥੇ ਪ੍ਰਸੰਗ ਦੀ ਸਮਾਪਤੀ ਹੈ। ਜਿਸ ਤਰ੍ਹਾਂ ਬਾਬਾ ਫਰੀਦ ਖਾਂ ਬਾਦਸ਼ਾਹ ਦੇ ਕੋਲ ਇਹਨਾਂ ਦੀ ਚਿੱਠੀ ਲਾਉਂਦਾ ਹੈ ਪਰ ਉੱਥੇ ਬਹੁਤੀ ਸੁਣਵਾਈ ਨਹੀਂ ਹੁੰਦੀ। ਕੇਵਲ ਇੱਕ ਹੇਹਰ ਪਿੰਡ ਜਿਹੜਾ ਸੀ ਉਹ ਇਹਨਾਂ ਨੂੰ ਸੁਲੀ ਖਾਂ ਨੇ ਕਹਿ ਕੇ ਬਾਦਸ਼ਾਹ ਤੋਂ ਦਵਾ ਦਿੱਤਾ ਸੀ। ਇਹ ਵਿਚਾਰ ਆਪਾਂ ਕੱਲ ਦੇ ਦੀਵਾਨਾਂ 'ਚ ਸਰਵਣ ਕਰਾਂਗੇ ਜੀ। ਭੁੱਲ ਚੁੱਕ ਦੀ ਖਿਮਾ ਕਰ ਦੇਣੀ, ਅੱਗੇ ਵਾਸਤੇ ਅਸੀਸ ਦੇਣੀ। ਆਓ ਦੋ ਪੰਕਤੀਆਂ ਖੀਲੀਆਂ ਸਰਵਣ ਕਰੀਏ। ਇੱਥੇ ਸਮਾਪਤੀ ਹੈ ਜੀ। ਧੰਨ ਧੰਨ ਗੁਰ ਕੋ ਕਹੈ ਜਹ ਕਹਿ ਕਰਹਿ ਸਹਾਈ ਅੰਗ ਸੰਗ ਨਿਜ ਦਾਸ ਕੀ ਬਿਗਨ ਛੋਹਣ ਨਹਿ ਪਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।